Hello students, this is Dr. Amit Juneja, lecturer economics, Shahid Balwinder Singh, Government Senior Secondary School, Sabuana District, Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਇਸ ਚੈਨਲ ਦੇ ਵਿੱਚ ਤੇ ਇਸ ਲੈਕਚਰ ਦੇ ਵਿੱਚ। ਆਪਣਾ ਜੋ ਟੌਪਿਕ ਚੱਲ ਰਿਹਾ ਹੈ ਇਸ ਟਾਈਮ ਤੇ ਉਹ ਹੈ ਰਾਸ਼ਟਰੀ ਆਮਦਨ ਦਾ ਮਾਪ। ਤਾਂ ਰਾਸ਼ਟਰੀ ਆਮਦਨ ਦੇ ਮਾਪ ਦੀਆਂ ਆਪਾਂ ਦੋ ਵਿਧੀਆਂ ਜਿਹੜੀਆਂ ਨੇ ਉਹ ਕਰ ਚੁੱਕੇ ਹਾਂ, ਜੋ ਕਿ ਹੈ ਆਮਦਨ ਵਿਧੀ ਤੇ ਹੈ ਖਰਚ ਵਿਧੀ। ਅੱਜ ਆਪਾਂ ਰਾਸ਼ਟਰੀ ਆਮਦਨ ਦੇ ਮਾਪ ਦੀ ਤੀਸਰੀ ਵਿਧੀ ਕਰਾਂਗੇ, ਜਿਹਨੂੰ ਆਪਾਂ ਕਹਿੰਦੇ ਆ ਉਤਪਾਦਨ ਵਿਧੀ। ਤਾਂ ਸਭ ਤੋਂ ਪਹਿਲਾਂ ਉਤਪਾਦਨ ਵਿਧੀ ਦਾ ਆਪਾਂ ਮੀਨਿੰਗ ਕਲੀਅਰ ਕਰਾਂਗੇ। ਉਤਪਾਦਨ ਵਿਧੀ ਦੇ ਵਿੱਚ ਆਪਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਸ਼ਾਮਿਲ ਕਰਨਾ ਹੈ ਉਹਦੀ ਗੱਲ ਕਰਾਂਗੇ। ਜਿਵੇਂ ਆਪਾਂ ਆਮਦਨ ਵਿਧੀ ਤੇ ਖਰਚ ਵਿਧੀ ਦੇ ਵਿੱਚ ਇੱਕ ਬੇਸ ਰੈਡੀ ਕੀਤਾ ਸੀ, ਜਿਹੜੀ ਉਤਪਾਦਨ ਵਿਧੀ ਹੈ ਉਹਦੇ ਵਿੱਚ ਬੇਸ ਕਿਵੇਂ ਰੈਡੀ ਕਰਨਾ ਹੈ ਉਸ ਚੀਜ਼ ਨੂੰ ਸਮਝਾਂਗੇ ਤੇ ਉਸ ਤੋਂ ਬਾਅਦ ਉਹਦੇ ਆਪਾਂ ਨਿਊਮੈਰੀਕਲਸ ਦੀ ਪ੍ਰੈਕਟਿਸ ਕਰਾਂਗੇ। ਇਹ ਆਪਣਾ ਅੱਜ ਦਾ ਲੈਕਚਰ ਜਿਹੜਾ ਉਹ ਰਹੇਗਾ। ਤਾਂ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੀ ਵਿਧੀ ਦੇ ਨਾਲ, ਜੋ ਕਿ ਹੈ ਉਤਪਾਦਨ ਵਿਧੀ। ਇਹਨੂੰ ਆਪਾਂ ਅੰਤਿਮ ਉਤਪਾਦਨ ਵਿਧੀ ਵੀ ਕਹਿੰਦੇ ਆ, ਜਾਂ ਇਹਨੂੰ ਆਪਾਂ ਮੁੱਲ ਵਾਧਾ ਵਿਧੀ ਵੀ ਕਹਿੰਦੇ ਆ। ਤਾਂ ਅੰਤਿਮ ਉਤਪਾਦਨ ਵਿਧੀ ਤੇ ਮੁੱਲ ਵਾਧਾ ਵਿਧੀ ਦਾ ਮਤਲਬ ਕੀ ਹੈ, ਪਹਿਲਾਂ ਤਾਂ ਆਪਾਂ ਇਹ ਚੀਜ਼ ਸਮਝਦੇ ਆ। ਕਿਉਂਕਿ ਜਦੋਂ ਵੀ ਆਪਾਂ ਉਤਪਾਦਨ ਵਿਧੀ ਦੀ ਵਰਤੋਂ ਕਰਾਂਗੇ ਰਾਸ਼ਟਰੀ ਆਮਦਨ ਨੂੰ ਮਾਪਣ ਵਾਸਤੇ, ਆਪਾਂ ਜੋ ਉਤਪਾਦਨ ਲੈਣਾ ਹੈ, ਠੀਕ ਹੈ, ਕਿਉਂਕਿ ਉਤਪਾਦਨ ਵਿਧੀ ਹੈ ਤਾਂ ਆਪਾਂ ਉਤਪਾਦਨ ਲਾਂਗੇ, ਠੀਕ ਹੈ। ਜਿਸ ਤਰ੍ਹਾਂ ਆਮਦਨ ਵਿਧੀ ਦੇ ਵਿੱਚ ਆਪਾਂ ਸਾਰੀ ਦੀ ਸਾਰੀ ਆਮਦਨ ਲਈ ਸੀ, ਖਰਚ ਵਿਧੀ ਦੇ ਵਿੱਚ ਆਪਾਂ ਸਾਰੇ ਦਾ ਸਾਰਾ ਖਰਚਾ ਲਿਆ ਸੀ। ਹੁਣ ਉਤਪਾਦਨ ਵਿਧੀ ਦੇ ਵਿੱਚ ਆਪਾਂ ਸਾਰੇ ਦਾ ਸਾਰਾ ਉਤਪਾਦਨ ਲਾਂਗੇ। ਹੁਣ ਉਤਪਾਦਨ ਕੌਣ ਕਰੇਗਾ? ਉਤਪਾਦਨ ਕਰਦਾ ਹੈ ਹਮੇਸ਼ਾ ਉਤਪਾਦਕ ਖੇਤਰ। ਹੁਣ ਉਤਪਾਦਕ ਖੇਤਰ ਦੇ ਵਿੱਚ ਕਿੰਨੇ ਤਰ੍ਹਾਂ ਦੇ ਖੇਤਰ ਆਉਂਦੇ ਨੇ ਜੋ ਕਿ ਉਤਪਾਦਨ ਕਰਨਗੇ। ਨੰਬਰ 1 ਪ੍ਰਾਥਮਿਕ ਖੇਤਰ ਹੋ ਸਕਦਾ ਹੈ, ਜਿੰਦੇ ਚ ਆਪਾਂ ਖੇਤੀ ਨੂੰ ਮੁੱਖ ਤੌਰ ਤੇ ਲੈਂਦੇ ਹਾਂ। ਦੂਸਰਾ ਆਪਣਾ ਗੌਣ ਖੇਤਰ ਹੁੰਦਾ ਹੈ, ਜਿੰਦੇ ਚ ਆਪਾਂ ਉਦਯੋਗਾਂ ਨੂੰ ਲੈਂਦੇ ਹਾਂ। ਤੇ ਤੀਜਾ ਆਪਣਾ ਹੁੰਦਾ ਹੈ ਸੇਵਾ ਖੇਤਰ, ਜਿੰਦੇ ਚ ਆਪਾਂ ਬੈਂਕ, ਬੀਮਾ, ਯਾਤਾਯਾਤ ਦੇ ਸਾਧਨ, ਸੰਚਾਰ ਦੇ ਸਾਧਨ, ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਲੈ ਕੇ ਚੱਲਦੇ ਹਾਂ। ਤਾਂ ਇੱਕ ਅਰਥ ਵਿਵਸਥਾ ਦੇ ਵਿੱਚ ਤਿੰਨ ਖੇਤਰ ਹੁੰਦੇ ਨੇ ਜੋ ਕਿ ਕੀ ਕਰਦੇ ਨੇ, ਉਤਪਾਦਨ ਕਰਦੇ ਨੇ। ਪ੍ਰਾਥਮਿਕ ਖੇਤਰ, ਗੌਣ ਖੇਤਰ ਤੇ ਸੇਵਾ ਖੇਤਰ। ਜਾਂ ਇਸ ਤੋਂ ਇਲਾਵਾ ਕੀ ਹੁੰਦਾ ਹੈ, ਹਰੇਕ ਖੇਤਰ ਦੇ ਅੰਦਰ ਬਹੁਤ ਸਾਰੀਆਂ ਫਰਮਾਂ ਹੁੰਦੀਆਂ ਨੇ। ਕੋਈ ਫਰਮ X ਹੋ ਸਕਦੀ ਹੈ, Y ਹੋ ਸਕਦੀ ਹੈ, Z ਹੋ ਸਕਦੀ ਹੈ। ਤਾਂ ਇਹ ਸਾਰੀਆਂ ਫਰਮਾਂ ਜਿਹੜੀਆਂ ਨੇ ਉਹ ਉਤਪਾਦਨ ਕਰਨਗੀਆਂ। ਪਹਿਲੀ ਚੀਜ਼ ਜਿਹੜੀ ਆਪਾਂ ਯਾਦ ਰੱਖਣੀ ਹੈ ਉਹ ਇਹ ਹੈ ਕਿ ਉਤਪਾਦਨ ਵਿਧੀ ਦੇ ਵਿੱਚ ਜਾਂ ਤਾਂ ਆਪਾਂ ਕੀ ਕਰਾਂਗੇ, ਇੱਕ ਅਰਥ ਵਿਵਸਥਾ ਦੇ ਅੰਦਰ ਜਿੰਨੇ ਵੀ ਖੇਤਰ ਨੇ, ਯਾਨੀ ਕਿ ਪ੍ਰਾਥਮਿਕ ਖੇਤਰ, ਗੌਣ ਖੇਤਰ, ਸੇਵਾ ਖੇਤਰ, ਜਾਂ ਜਿੰਨੀਆਂ ਵੀ ਫਰਮਾਂ ਨੇ X, Y, Z, A, B, C, ਇਹਨਾਂ ਸਾਰੀਆਂ ਫਰਮਾਂ ਦਾ ਕੀ ਕਰਾਂਗੇ, ਆਪਾਂ ਉਤਪਾਦਨ ਜੋੜਾਂਗੇ। ਹੁਣ ਜੋ ਉਤਪਾਦਨ ਜੋੜਨਾ ਹੈ ਉਹ ਕਿਹੜਾ ਹੈ, ਨਾਮ ਤੋਂ ਕਲੀਅਰ ਕਰੋ। ਉਹ ਉਤਪਾਦਨ ਹੈ ਅੰਤਿਮ ਉਤਪਾਦਨ। ਅੰਤਿਮ ਉਤਪਾਦਨ ਮਤਲਬ ਆਖਰੀ ਚੀਜ਼ ਦਾ ਜਿਹੜਾ ਉਤਪਾਦਨ ਹੋਇਆ, ਆਪਾਂ ਉਸ ਚੀਜ਼ ਨੂੰ ਜੋੜਨਾ ਹੈ। ਹੁਣ ਉਹ ਆਖਰੀ ਚੀਜ਼ ਦੇ ਉਤਪਾਦਨ ਨੂੰ ਹੀ ਕਿਉਂ ਜੋੜਨਾ ਹੈ, ਆਪਾਂ ਨੂੰ ਇੱਕ ਐਗਜ਼ਾਮਪਲ ਦੇ ਨਾਲ ਜਿਹੜਾ ਹੈ ਉਹ ਸਮਝਾਂਗੇ। ਸਿਰਫ ਫਿਲਹਾਲ ਇੰਨਾ ਯਾਦ ਰੱਖਣਾ ਹੈ, ਜਿੰਨੀ ਦੇਰ ਤੱਕ ਆਪਾਂ ਐਗਜ਼ਾਮਪਲ ਨਹੀਂ ਕਰ ਲੈਂਦੇ, ਵੀ ਜੋ ਵੀ ਆਪਾਂ ਉਤਪਾਦਨ ਜੋੜਨਾ ਹੈ ਉਹ ਉਸ ਵਸਤੂ ਦਾ ਉਤਪਾਦਨ ਜੋੜਨਾ ਹੈ ਜਿਹੜੀ ਕਿ ਆਖਰੀ ਵਸਤੂ ਹੋਏਗੀ। ਹੁਣ ਆਖਰੀ ਵਸਤੂ ਦਾ ਮਤਲਬ ਕੀ ਹੈ ਉਹ ਵੀ ਆਪਾਂ ਥੋੜੀ ਦੇਰ ਤੱਕ ਸਮਝਣ ਵਾਲੇ ਹਾਂ। ਜਾਂ ਆਪਾਂ ਇਸ ਵਿਧੀ ਨੂੰ ਕੀ ਕਹਿੰਦੇ ਆ, ਮੁੱਲ ਵਾਧਾ ਵਿਧੀ ਜਿਹੜੀ ਹੈ ਉਹ ਕਹਿੰਦੇ ਆ ਮੁੱਲ ਹੁੰਦਾ ਹੈ ਕੀਮਤ ਵਿੱਚ ਹੋਣ ਵਾਲਾ ਵਾਧਾ ਤੇ ਨਾਲ ਕੀ ਹੋਗੀ, ਵਿਧੀ। ਕਿਉਂ ਇਹਨੂੰ ਮੁੱਲ ਵਾਧਾ ਵਿਧੀ ਕਿਉਂ ਕਿਹਾ ਜਾਂਦਾ ਹੈ? ਦੇਖੋ ਆਪਾਂ ਹੁਣੇ ਗੱਲ ਕੀਤੀ ਕਿ ਇਹ ਜਿਹੜੀ ਵਿਧੀ ਹੈ ਉਹ ਉਤਪਾਦਨ ਵਿਧੀ ਹੈ। ਉਤਪਾਦਨ ਜਿਹੜਾ ਹੈ ਉਹਨੂੰ ਆਪਾਂ ਹਮੇਸ਼ਾ ਇੱਕ ਪ੍ਰਕਿਰਿਆ ਦੇ ਤੌਰ ਤੇ ਜਿਹੜਾ ਹੈ ਉਹ ਲੈ ਕੇ ਚੱਲਦੇ ਹਾਂ। ਜਦੋਂ ਆਪਾਂ ਉਤਪਾਦਨ ਦੀ ਪਰਿਭਾਸ਼ਾ ਕੀਤੀ ਸੀ ਉਦੋਂ ਆਪਾਂ ਕਿਹਾ ਸੀ ਵੀ ਜਿਹੜਾ ਉਤਪਾਦਨ ਹੈ ਉਹ ਕੀ ਹੈ, ਉਹ ਇੱਕ ਪ੍ਰਕਿਰਿਆ ਹੈ। ਪ੍ਰਕਿਰਿਆ ਕੀ ਹੁੰਦੀ ਹੈ, ਜਿੰਦੇ ਵਿੱਚ ਆਪਾਂ ਨੂੰ ਕਿਸੇ ਵੀ ਚੀਜ਼ ਨੂੰ
ਬਣਾਉਣ ਵਾਸਤੇ ਕੁਝ ਸਟੈਪਸ ਦੇ ਵਿੱਚੋਂ ਹੋ ਕੇ ਜਿਹੜਾ ਉਹ ਗੁਜ਼ਰਨਾ ਪੈਂਦਾ ਹੈ। ਜਿਵੇਂ ਅਗਰ ਮੈਂ ਕਹਾਂ ਕਿ ਆ ਮਾਰਕਰ ਬਣਾਇਆ ਹੋਵੇਗਾ ਤੇ ਕਿਵੇਂ ਬਣਾਇਆ ਹੋਵੇਗਾ, ਸਭ ਤੋਂ ਪਹਿਲਾਂ ਇਹਦਾ ਆ ਕਵਰ ਬਣਾਇਆ ਹੋਵੇਗਾ, ਫਿਰ ਇਹਦਾ ਆਪ ਜਿਹੜਾ ਹੈ ਨਿਬ ਬਣਾਈ ਹੋਏਗੀ, ਆ ਵਾਲੀ ਨਿਬ ਬਣਾਈ ਹੋਏਗੀ, ਇਹਦੇ ਅੰਦਰ ਜਿਹੜਾ ਫੋਨ ਹੈ ਉਹ ਬਣਾਇਆ ਹੋਵੇਗਾ, ਇਹਦੇ ਅੰਦਰ ਇੰਕ ਰਿਫਿਲ ਕੀਤੀ ਹੋਏਗੀ, ਇਹਦੇ ਆਪੇ ਪ੍ਰਿੰਟਿੰਗ ਕੀਤੀ ਹੋਏਗੀ, ਇਹਦੀ ਪੈਕਿੰਗ ਕੀਤੀ ਹੋਏਗੀ। ਤਾਂ ਇਹ ਸਾਰੇ ਕੀ ਨੇ, ਇਹ ਉਤਪਾਦਨ ਦੇ ਚਰਨ ਨੇ। ਉਤਪਾਦਨ ਨੂੰ ਹਮੇਸ਼ਾ ਇੱਕ ਪ੍ਰਕਿਰਿਆ ਦੇ ਤੌਰ ਤੇ ਲੈ ਕੇ ਚੱਲਦੇ ਆ, ਜਿਹਦੇ ਵਿੱਚ ਕੀ ਹੁੰਦਾ ਹੈ, ਆਪਾਂ ਕੁਝ ਨਾ ਕੁਝ ਸਟੈਪਸ ਦੇ ਵਿੱਚੋਂ ਹੋ ਕੇ ਜਿਹੜਾ ਉਹ ਆਪਾਂ ਗੁਜ਼ਰਦੇ ਆ। ਜਦੋਂ ਆਪਾਂ ਹਰੇਕ ਸਟੈਪ ਦੇ ਵਿੱਚੋਂ ਗੁਜ਼ਰਾਂਗੇ ਤਾਂ ਕੀ ਹੋਏਗਾ, ਹਰੇਕ ਚੀਜ਼ ਬਣ ਰਹੀ ਹੈ, ਧੀਰੇ ਧੀਰੇ ਆਪਾਂ ਉਸ ਚੀਜ਼ ਨੂੰ ਅੱਗੇ ਵੱਲ ਲੈ ਕੇ ਜਾ ਰਹੇ ਹਾਂ। ਅੱਗੇ ਵੱਲ ਲੈ ਕੇ ਜਾਵਾਂਗੇ ਤਾਂ ਕੀ ਹੋਏਗਾ, ਹਰੇਕ ਸਟੈਪ ਤੇ ਆਪਾਂ ਨੂੰ ਕਿਸੇ ਨਾ ਕਿਸੇ ਉਤਪਾਦਨ ਦੇ ਸਾਧਨ ਦੀ ਲੋੜ ਪਏਗੀ। ਹੁਣ ਆਪਾਂ ਨੂੰ ਉਤਪਾਦਨ ਦੇ ਸਾਧਨ ਦੀ ਲੋੜ ਪੈਗੀ, ਇਹਦਾ ਮਤਲਬ ਉਹਨੂੰ ਪੈਸੇ ਵੀ ਦੇਣੇ ਪੈਣਗੇ। ਹੁਣ ਜਿੰਨੇ ਪੈਸੇ ਆਪਾਂ ਉਸ ਉਤਪਾਦਨ ਦੇ ਸਾਧਨ ਨੂੰ ਉਸ ਸਟੈਪ ਤੇ ਦੇਵਾਂਗੇ, ਉਹਨੂੰ ਆਪਾਂ ਕੀ ਕਰਾਂਗੇ, ਉਹਨੂੰ ਆਪਾਂ ਵਸਤੂ ਦੇ ਉਸ ਮੁੱਲ ਦੇ ਵਿੱਚ ਸ਼ਾਮਿਲ ਕਰ ਲਾਂਗੇ। ਹੁਣ ਵਸਤੂ ਦਾ ਮੁੱਲ ਸ਼ਾਮਿਲ ਹੋ ਗਿਆ ਤਾਂ ਹੁਣ ਕੀ ਹੋਏਗਾ, ਇਸ ਕਰਕੇ ਉਸ ਵਸਤੂ ਦਾ ਮੁੱਲ ਜਿਹੜਾ ਉਹ ਵੱਧ ਜਾਏਗਾ। ਮਤਲਬ ਜਦੋਂ ਆਪਾਂ ਇਹ ਕਹਿੰਦੇ ਆ ਕਿ ਉਤਪਾਦਨ ਇੱਕ ਪ੍ਰਕਿਰਿਆ ਹੈ ਤਾਂ ਉਸ ਪ੍ਰਕਿਰਿਆ ਦੇ ਵਿੱਚ ਆਪਾਂ ਨੂੰ ਕਈ ਸਟੈਪਸ ਦੇ ਵਿੱਚੋਂ ਹੋ ਕੇ ਗੁਜ਼ਰਨਾ ਪਏਗਾ, ਤਾਂ ਹਰੇਕ ਸਟੈਪ ਤੇ ਵਸਤੂ ਦਾ ਮੁੱਲ ਜਿਹੜਾ ਹੈ ਉਹ ਕੀ ਹੋਏਗਾ, ਵਧੇਗਾ। ਤਾਂ ਆਪਾਂ ਕੀ ਕਰਾਂਗੇ, ਜਿੰਨਾ ਮੁੱਲ ਹਰੇਕ ਸਟੈਪ ਤੇ ਵਧੀ ਜਾਂਦਾ ਪਿਆ, ਉਹ ਸਾਰੇ ਮੁੱਲ ਵਿੱਚ ਹੋਣ ਵਾਲੇ ਵਾਧੇ ਨੂੰ ਕੀ ਕਰਾਂਗੇ, ਜੋੜ ਲਾਂਗੇ, ਤਾਂ ਵੀ ਆਪਣਾ ਅੰਤਿਮ ਉਤਪਾਦਨ ਦਾ ਮੁੱਲ ਜਿਹੜਾ ਉਹ ਆ ਜਾਏਗਾ। ਹੁਣ ਇਹ ਤਾਂ ਸਿਰਫ ਥਿਓਰੀਟਿਕਲ ਐਵੇਂ ਸਮਝ ਨਹੀਂ ਆਣੀ, ਆਪਾਂ ਕੀ ਕਰਦੇ ਆ, ਇਹਨੂੰ ਇੱਕ ਐਗਜ਼ਾਮਪਲ ਦੇ ਨਾਲ ਜਿਹੜਾ ਉਹ ਆਪਾਂ ਸਮਝਦੇ ਆ। ਕਿ ਹੁਣ ਆਪਾਂ ਅਗਰ ਮੁੱਲ ਵਾਧਾ ਵਿਧੀ ਜਾਂ ਅੰਤਿਮ ਉਤਪਾਦਨ ਵਿਧੀ ਨੂੰ ਸਮਝਣਾ ਹੈ ਤਾਂ ਆਪਾਂ ਕੀ ਕਰਦੇ ਆ, ਇੰਡੀਆ ਦੇ ਵਿੱਚ ਨਾ ਇੱਕ ਟੈਕਸ ਲੱਗਿਆ ਕਰਦਾ ਸੀ ਜਿਹਨੂੰ ਆਪਾਂ ਕਹਿੰਦੇ ਆ ਵੈਟ, VAT, ਵੈਟ ਦੀ ਫੁੱਲ ਫਾਰਮ ਸੀ ਵੈਲਿਊ ਐਡਿਡ ਟੈਕਸ, ਕਿਉਂਕਿ ਹੁਣ ਇਹਦੀ ਥਾਂ ਤੇ ਕੀ ਆ ਗਿਆ ਹੈ, GST ਆ ਗਿਆ, ਗੁੱਡਸ ਐਂਡ ਸਰਵਿਸਿਜ਼ ਟੈਕਸ। ਹੁਣ ਵੈਲਿਊ ਐਡਿਡ ਟੈਕਸ, ਵੈਲਿਊ ਕੀ ਹੁੰਦਾ ਹੈ, ਮੁੱਲ, ਐਡਿਡ ਕੀ ਹੁੰਦਾ ਹੈ, ਵਾਧਾ ਹੋਣਾ, ਟੈਕਸ ਕੀ ਹੋ ਗਿਆ, ਕਰ, ਮੁੱਲ ਵਾਧਾ ਕਰ। ਹੁਣ ਦੇਖੋ, ਮੁੱਲ ਵਾਧਾ ਵਿਧੀ ਤੇ ਮੁੱਲ ਵਾਧਾ ਕਰ। ਜਦੋਂ ਇਹ ਟੈਕਸ ਲੱਗਿਆ ਵੈਟ, ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿਉਂਕਿ ਲੋ ਜੀ ਹੁਣ ਨਾ ਇੱਕ ਨਵਾਂ ਟੈਕਸ ਹੋਰ ਲਾਤਾ ਹੈ ਸਰਕਾਰ ਨੇ, ਤਾਂ ਕੀ ਹੋਏਗਾ, ਹੁਣ ਨਾ ਵਸਤੂਆਂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਵੱਧ ਜਾਣਗੀਆਂ। ਕਿਉਂਕਿ ਅਗਰ ਆਪਾਂ ਇੱਕ ਆਮ ਆਦਮੀ ਦੇ ਪੁਆਇੰਟ ਆਫ ਵਿਊ ਨਾਲ ਸੋਚੀਏ ਤਾਂ ਉਹ ਕੀ ਸੋਚੇਗਾ, ਸਰਕਾਰ ਕਹਿੰਦੀ ਲੋ ਜੀ ਅਸੀਂ ਕੀ ਕੀਤਾ ਹੈ, ਵੈਟ ਲਾਤਾ ਹੈ, ਤਾਂ ਲੋਕਾਂ ਨੂੰ ਲੱਗਿਆ ਇੱਕ ਨਵਾਂ ਟੈਕਸ ਆ ਗਿਆ, ਉਹਦੇ ਨਾਲ ਕੀ ਹੋਏਗਾ, ਇੱਕ ਟੈਕਸ ਹੋਰ ਲੱਗੇਗਾ ਤਾਂ ਵਸਤੂ ਦੀਆਂ ਕੀਮਤਾਂ ਕੀ ਹੋ ਜਾਣਗੀਆਂ, ਵੱਧ ਜਾਣਗੀਆਂ। ਪਰ ਵੈਟ ਲੱਗਣ ਨਾਲ ਵਸਤੂ ਦੀਆਂ ਕੀਮਤਾਂ ਵਧੀਆਂ ਨਹੀਂ ਬਲਕਿ ਘਟ ਗਈਆਂ। ਹੁਣ ਲੋਕਾਂ ਨੇ ਸੋਚਿਆ ਵੀ ਇੱਕ ਤਾਂ ਟੈਕਸ ਨਵਾਂ ਲੱਗਿਆ, ਉਤੋਂ ਕੀਮਤਾਂ ਘਟ ਗਈਆਂ, ਇਹ ਕਿਵੇਂ ਹੋ ਗਿਆ, ਇਹ ਹੋਇਆ ਮੁੱਲ ਵਾਧਾ ਕਰ ਯਾਨੀ ਕਿ ਵੈਲਿਊ ਐਡਿਡ ਟੈਕਸ, ਯਾਨੀ ਕਿ ਵੈਟ ਦੇ ਲੱਗਣ ਦੇ ਹਿਸਾਬ ਨਾਲ। ਕਿ ਵੈਟ ਲੱਗਦਾ ਕਿਵੇਂ ਸੀ, ਹੁਣ ਆਪਾਂ ਸਭ ਤੋਂ ਪਹਿਲਾਂ ਇਹੀ ਸਮਝਾਂਗੇ ਕਿ ਵੈਟ ਕਿਵੇਂ ਲੱਗਦਾ ਸੀ, ਕਿਉਂਕਿ ਜੇ ਵੈਟ ਲੱਗਣ ਦਾ ਤਰੀਕਾ ਸਮਝ ਆ ਗਿਆ ਨਾ ਤਾਂ ਜਿਹੜੀ ਅੰਤਿਮ ਉਤਪਾਦਨ ਵਿਧੀ ਜਾਂ ਮੁੱਲ ਵਾਧਾ ਵਿਧੀ ਹੈ ਇਹ ਆਪਣੇ ਆਪ ਸਮਝ ਆ ਜਾਏਗੀ। ਤਾਂ ਆਪਾਂ ਸਭ ਤੋਂ ਪਹਿਲਾਂ ਵੈਟ ਕਿਵੇਂ ਲੱਗਦਾ ਸੀ ਉਹ ਸਮਝਦੇ ਆ, ਉਸ ਤੋਂ ਬਾਅਦ ਵਾਪਸ ਆਪਾਂ ਇਸ ਨਿਊਮੈਰੀਕਲ ਦੇ ਜਿਹੜਾ ਉਹ ਆਵਾਂਗੇ। ਤਾਂ ਕੀ ਹੋਇਆ, ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਆ, ਇੱਥੇ ਵੈਟ ਲੱਗਣ ਦੀ ਪ੍ਰਕਿਰਿਆ ਸਮਝਦੇ ਆ। ਤਾਂ ਉਤਪਾਦਨ ਵਿਧੀ ਸਮਝ ਲਓ ਜਾਂ ਉਤਪਾਦਨ ਦੀ ਇਕਾਈ ਸਮਝ ਲਓ। ਉਤਪਾਦਨ ਦੀ ਇਕਾਈ ਮਤਲਬ ਉਤਪਾਦਨ ਕੌਣ ਕਰਦਾ ਪਿਆ, ਠੀਕ ਹੋ ਗਿਆ। ਇੱਥੇ ਆਏਗਾ ਜੋ ਉਹਨੇ ਉਤਪਾਦਨ ਕੀਤਾ ਤਾਂ ਉਹਦਾ ਕੀ ਆ ਜਾਏਗਾ, ਮੁੱਲ, ਉਤਪਾਦਨ ਦਾ ਮੁੱਲ। ਹੁਣ ਅਗਰ ਉਹਨੇ ਉਤਪਾਦਨ ਕਰਨਾ ਹੈ ਤਾਂ ਕੀ ਹੋਏਗਾ, ਉਹਨੂੰ ਉਹਨੇ ਸੇ ਕੋਈ ਕੱਚਾ ਮਾਲ ਖਰੀਦਣਾ ਪਏਗਾ ਤਾਂ ਇੱਥੇ ਕੀ ਆ ਜਾਏਗਾ, ਮੱਧਵਰਤੀ ਉਪਭੋਗ। ਮੱਧਵਰਤੀ ਉਪਭੋਗ ਕੀ ਚੀਜ਼ ਹੈ ਵੀ ਜੋ ਵੀ ਉਤਪਾਦਨ ਕੀਤਾ ਉਹਦੇ ਵਾਸਤੇ ਜੋ ਕੱਚਾ ਮਾਲ ਖਰੀਦਿਆ। ਇੱਥੇ ਆਪਾਂ ਲਿਖਾਂਗੇ ਮੁੱਲ ਵਾਧਾ ਕਿੰਨੇ ਦਾ ਹੋਇਆ, ਇਹ ਕਿਵੇਂ ਕੈਲਕੂਲੇਟ ਹੋਏਗਾ, ਇਹ ਆਪਾਂ ਐਗਜ਼ਾਮਪਲ ਤੋਂ ਗੱਲ ਕਲੀਅਰ ਕਰਾਂਗੇ।
ਤਾਂ ਸਭ ਤੋਂ ਪਹਿਲਾਂ ਆਪਾਂ ਮੰਨ ਲੈਂਦੇ ਆ ਵੀ ਇੱਕ ਨਾ ਆਪਣੇ ਕੋਲ ਕਿਸਾਨ ਹੈ ਤਾਂ ਉਤਪਾਦਨ ਦੀ ਇਕਾਈ ਕੌਣ ਹੋ ਗਿਆ ਕਿਸਾਨ ਕਿਸਾਨ ਨੇ ਕੀ ਕੀਤਾ 1000 ਰੁਪਏ ਦੀ ਕਣਕ ਜਿਹੜੀ ਹੈ ਉਹ ਵੇਚੀ ਠੀਕ ਹੈ ਉਹਨੇ 1000 ਰੁਪਏ ਦੀ ਕਣਕ ਪੈਦਾ ਕੀਤੀ ਤੇ 1000 ਰੁਪਏ ਦੀ ਕਣਕ ਜਿਹੜੀ ਹੈ ਉਹਨੇ ਵੇਚੀ ਆਪਾਂ ਮੰਨ ਲੈਂਦੇ ਆ ਵੀ ਇੱਕ ਕਿਸਾਨ ਨੂੰ ਕਣਕ ਪੈਦਾ ਕਰਨ ਲੱਗਿਆ ਕਿਸੇ ਵੀ ਤਰ੍ਹਾਂ ਦਾ ਕੱਚਾ ਮਾਲ ਜਿਹੜਾ ਉਹ ਵਰਤਣਾ ਨਹੀਂ ਪਿਆ ਹਾਲਾਂਕਿ ਵਰਤਣਾ ਪਿਆ ਹੋਵੇਗਾ ਪਰ ਆਪਾਂ ਚੀਜ਼ ਨੂੰ ਸਿੰਪਲ ਕਰਨ ਵਾਸਤੇ ਆਪਾਂ ਮੰਨ ਲੈਂਦੇ ਆ ਵੀ ਉਹਨੂੰ ਉਹਦੇ ਵਾਸਤੇ ਕੋਈ ਵੀ ਕੱਚਾ ਮਾਲ ਜਿਹੜਾ ਉਹ ਨਹੀਂ ਵਰਤਣਾ ਪਿਆ ਤਾਂ ਮੈਂ ਕਹਾਂਗਾ ਵੀ ਜਿਹੜੀ ਵੀ ਉਤਪਾਦਨ ਪ੍ਰਕਿਰਿਆ ਚੱਲੀ ਉਹਦੇ ਵਿੱਚ ਜਿਹੜਾ ਕਿਸਾਨ ਹੈ ਉਹਨੇ ਕੀ ਕੀਤਾ 1000 ਰੁਪਏ ਦਾ ਮੁੱਲ ਵਾਧਾ ਕੀਤਾ ਰਿਪੀਟ ਕਰਦੇ ਆ ਇਸ ਚੀਜ਼ ਨੂੰ ਸਭ ਤੋਂ ਪਹਿਲਾਂ ਉਤਪਾਦਨ ਦੀ ਇਕਾਈ ਕੌਣ ਹੈ ਕਿਸਾਨ ਕਿਸਾਨ ਨੇ ਕੀ ਪੈਦਾ ਕੀਤਾ ਕਣਕ ਕਣਕ ਕਿੰਨੇ ਦੀ ਪੈਦਾ ਕੀਤੀ 1000 ਰੁਪਏ ਦੀ ਤਾਂ ਉਤਪਾਦਨ ਦਾ ਮੁੱਲ ਕਿੰਨੇ ਉਤਪਾਦਨ ਦਾ ਮੁੱਲ ਕਿਸਾਨ ਦੇ ਉਤਪਾਦਨ ਦਾ ਮੁੱਲ ਹੋ ਗਿਆ 1000 ਰੁਪਏ ਉਹਨੇ ਕੀ ਕੀਤਾ 1000 ਰੁਪਏ ਦੀ ਕਣਕ ਜਿਹੜੀ ਹੈ ਉਹ ਵੇਚਦੀ ਤਾਂ ਉਤਪਾਦਨ ਦਾ ਮੁੱਲ 1000 ਰੁਪਏ ਆ ਗਿਆ ਮਤਲਬ ਆਪਾਂ ਕਹਾਂਗੇ ਮੰਨ ਕੇ ਵੀ ਉਹਨੇ ਉਹਦੇ ਵਾਸਤੇ ਕੋਈ ਵੀ ਕੱਚਾ ਮਾਲ ਨਹੀਂ ਵਰਤਿਆ ਤਾਂ ਆਪਾਂ ਕਹਾਂਗੇ ਕਿਸਾਨ ਨੇ 1000 ਰੁਪਏ ਦਾ ਮੁੱਲ ਵਾਧਾ ਕਰ ਠੀਕ ਹੋ ਗਿਆ ਜੀ ਯਾਨੀ ਹੁਣ ਸਰਕਾਰ ਕਹੇਗੀ ਵੀ ਤੂੰ 1000 ਰੁਪਏ ਦਾ ਉਤਪਾਦਨ ਕੀਤਾ ਤਾਂ ਤੂੰ 1000 ਰੁਪਏ ਦਾ ਮੁੱਲ ਵਾਧਾ ਕੀਤਾ ਯਾਨੀ ਪਹਿਲਾਂ ਕੁਝ ਨਹੀਂ ਹੈਗਾ ਸੀ ਤੂੰ 1000 ਰੁਪਏ ਦੀ ਨਵੀਂ ਕਣਕ ਪੈਦਾ ਕੀਤੀ ਹੈ ਤਾਂ 1000 ਰੁਪਏ ਤੇ ਟੈਕਸ ਦੇ ਤਾਂ ਟੈਕਸ ਲੱਗੇਗਾ ਕਿੰਨੇ ਤੇ 1000 ਰੁਪਏ ਤੇ ਤਾਂ ਮੁੱਲ ਵਾਧੇ ਦੇ ਉੱਪਰ ਲੱਗਣ ਵਾਲਾ ਟੈਕਸ ਉਹ ਕਿੰਨਾ ਹੈ 1000 ਰੁਪਏ ਮੁੱਲ ਵਾਧਾ ਕਿੰਨਾ ਹੈ 1000 ਰੁਪਏ ਤਾਂ ਟੈਕਸ ਵੀ ਕਿੰਨੇ ਤੇ ਲੱਗੇਗਾ 1000 ਰੁਪਏ ਤਾਂ ਕਿਸਾਨ ਜਿਹੜਾ ਉਹ 1000 ਰੁਪਏ ਤੇ ਟੈਕਸ ਜਿਹੜਾ ਉਹ ਭਰ ਦੇਗਾ ਹੁਣ ਕਿਸਾਨ ਨੇ ਜਿਹੜੀ ਇਹ ਕਣਕ ਵੇਚੀ ਉਹ ਵੇਚੀ ਇੱਕ ਆਟਾ ਚੱਕੀ ਵਾਲੇ ਨੂੰ ਹੁਣ ਆਟਾ ਚੱਕੀ ਵਾਲੇ ਨੇ ਕੀ ਕੀਤਾ 1000 ਰੁਪਏ ਦੀ ਕਣਕ ਖਰੀਦੀ ਤਾਂ ਮੈਂ ਕਹਾਂਗਾ ਕਿ ਆਟਾ ਚੱਕੀ ਵਾਲੇ ਨੇ 1000 ਰੁਪਏ ਦਾ ਕੀ ਕੀਤਾ ਕੱਚਾ ਮਾਲ ਜਿਹੜਾ ਉਹ ਖਰੀਦਿਆ ਮੱਧਵਰਤੀ ਉਪਭੋਗ ਸਿੰਪਲ ਭਾਸ਼ਾ ਚ ਯਾਦ ਰੱਖੋ ਕੱਚਾ ਮਾਲ ਕਿੰਨੇ ਦਾ ਖਰੀਦਦੇ ਪਿਆ ਤਾਂ ਇਹ ਕਣਕ ਕਿਸਾਨ ਨੇ ਵੇਚੀ ਸੀ ਕਿਹਨੂੰ ਵੇਚੀ ਸੀ ਆਟਾ ਚੱਕੀ ਵਾਲੇ ਨੂੰ ਆਟਾ ਚੱਕੀ ਵਾਲੇ ਨੇ ਕਣਕ ਕਿੰਨੇ ਦੀ ਖਰੀਦੀ 1000 ਰੁਪਏ ਦੀ ਤਾਂ ਉਹਦਾ ਕੱਚਾ ਮਾਲ ਕਿੰਨਾ ਆ ਗਿਆ 1000 ਰੁਪਏ ਹੁਣ ਆਟਾ ਚੱਕੀ ਵਾਲੇ ਨੇ ਕੀ ਕੀਤਾ 1000 ਰੁਪਏ ਦੀ ਕਣਕ ਖਰੀਦ ਕੇ ਉਹਦਾ ਬਣਾਇਆ ਆਟਾ ਬਣਾਉਣ ਲੱਗਿਆ ਉਹਨੇ ਮਿਹਨਤ ਕੀਤੀ ਹੋਏਗੀ ਚੱਕੀ ਚਲਾਈ ਹੋਏਗੀ ਉਸ ਤੋਂ ਉਹਨੇ ਬਿਜਲੀ ਦਾ ਬਿੱਲ ਭਰਿਆ ਹੋਏਗਾ ਬੜੀ ਸਾਰੀ ਚੀਜ਼ਾਂ ਉਹਨੇ ਉੱਪਰ ਉਹਦੇ ਖਰਚਾ ਕੀਤਾ ਹੋਏਗਾ ਉਹ ਕਹੇਗਾ ਦੇਖੋ ਜੀ 1000 ਰੁਪਏ ਦੀ ਤਾਂ ਮੈਂ ਕਣਕ ਖਰੀਦੀ ਹੈ ਉੱਤੇ ਮੈਂ ਮਿਹਨਤ ਵੀ ਲਾਈ ਹੈ ਮੈਂ ਚੱਕੀ ਵੀ ਚਲਾਈ ਹੈ ਮੈਂ ਬਿਜਲੀ ਦਾ ਬਿੱਲ ਵੀ ਭਰਿਆ ਯਾਨੀ ਮੈਂ ਤਾਂ ਜਿਹੜੀ ਕਣਕ ਤੋਂ ਜਿਹੜਾ ਮੈਂ ਆਟਾ ਬਣਾਇਆ ਹੁਣ ਆਟਾ ਮੈਂ ਵੇਚਾਂਗਾ 1500 ਰੁਪਏ ਦਾ ਯਾਨੀ ਹੁਣ ਉਹਦੇ ਉਤਪਾਦਨ ਦਾ ਮੁੱਲ ਕਿੰਨਾ ਹੋ ਗਿਆ 1500 ਰੁਪਏ ਇਹ ਤਾਂ ਸਿੰਪਲ ਜੀ ਗੱਲ ਹੈ ਵੀ ਜਿਹੜਾ ਆਟਾ ਹੋਏਗਾ ਉਹ ਕੀ ਹੋਏਗਾ ਕਣਕ ਨਾਲੋਂ ਮਹਿੰਗਾ ਹੀ ਹੋਏਗਾ ਹੁਣ ਪਹਿਲਾਂ ਕੀ ਹੁੰਦਾ ਸੀ ਯਾਨੀ ਜਦੋਂ ਵੈਟ ਨਹੀਂ ਲੱਗਿਆ ਸੀ ਉਦੋਂ ਕੀ ਹੁੰਦਾ ਸੀ ਸਰਕਾਰ ਕਹਿੰਦੀ ਹੈ ਲੈ 1500 ਰੁਪਏ ਦੀ ਕਣਕ ਤੋਂ 1500 ਰੁਪਏ ਦਾ ਆਟਾ ਬਣਾਇਆ ਨਾ ਤਾਂ 1500 ਰੁਪਏ ਤੇ ਟੈਕਸ ਦੇ ਇਹ ਹੁੰਦਾ ਸੀ ਵੈਟ ਲੱਗਣ ਤੋਂ ਪਹਿਲਾਂ ਯਾਨੀ ਜਿੰਨਾ ਉਤਪਾਦਨ ਕੀਤਾ ਉਹਦੇ ਉੱਪਰ ਕੀ ਕਰਨਾ ਪਏਗਾ ਟੈਕਸ ਦੇਣਾ ਪਏਗਾ ਸਰਕਾਰ ਕਹਿੰਦੀ 1500 ਰੁਪਏ ਦੀ ਆਟਾ ਬਣਾਇਆ ਤਾਂ 1500 ਰੁਪਏ ਦੇ ਉੱਪਰ ਟੈਕਸ ਦੇ ਹੁਣ ਇਹ ਆਟਾ ਚੱਕੀ ਵਾਲਾ ਕੀ ਕਹੇਗਾ ਆਟਾ ਚੱਕੀ ਵਾਲਾ ਕਹੇਗਾ ਕਿ ਸਰ ਇਸ 1500 ਰੁਪਏ ਦੇ ਵਿੱਚ ਮੈਂ 1000 ਰੁਪਏ ਦੀ ਕਣਕ ਖਰੀਦੀ ਹੋਈ ਹੈ ਤੇ ਉਸ 1000 ਰੁਪਏ ਤੇ ਤੁਸੀਂ ਟੈਕਸ ਪਹਿਲਾਂ ਹੀ ਮੇਰੇ ਕੋਲੋਂ ਲੈ ਚੁੱਕੇ ਹੋ ਸੋਚੋ ਉਹ ਕਹਿੰਦਾ ਹੈ 1500 ਰੁਪਏ ਦਾ ਆਟਾ ਬਣਾਇਆ ਹੈ ਉਹਦੇ ਵਾਸਤੇ 1000 ਰੁਪਏ ਦੀ ਕਣਕ ਖਰੀਦੀ ਸੀ ਹੁਣ ਇਸ ਕਣਕ ਤੇ ਤਾਂ ਆਲਰੇਡੀ ਟੈਕਸ ਦਿੱਤਾ ਜਾ ਚੁੱਕਿਆ ਹੈ ਯਾਨੀ 1500 ਰੁਪਏ ਦੇ ਵਿੱਚ ਆ 1000 ਰੁਪਏ ਪਹਿਲਾਂ ਸ਼ਾਮਿਲ ਹੋ ਗਏ 1000 ਰੁਪਏ ਤੇ ਟੈਕਸ ਭਰਿਆ ਜਾ ਚੁੱਕਿਆ ਹੈ ਕਿੰਨੇ ਤੇ ਨਹੀਂ ਭਰਿਆ 500 ਤੇ ਯਾਨੀ ਹੁਣ ਟੈਕਸ ਕਿੰਨੇ ਤੇ ਲੱਗੇਗਾ 500 ਰੁਪਏ ਤੇ ਕਿਉਂਕਿ ਜਿਹੜਾ ਆਟਾ ਚੱਕੀ ਵਾਲਾ ਹੈ ਉਹਨੇ ਕੀ ਕੀਤਾ ਜਿਹੜਾ ਪਹਿਲਾ ਉਤਪਾਦਨ ਦਾ ਮੁੱਲ ਸੀ 1000 ਰੁਪਏ ਹੁਣ ਉਹਨੇ ਕਿੰਨਾ ਕਰਤਾ ਉਹਨੂੰ 1500 ਯਾਨੀ ਉਹਨੇ ਕਿੰਨੇ ਦਾ ਮੁੱਲ ਵਾਧਾ ਕੀਤਾ 500 ਦਾ ਤਾਂ ਟੈਕਸ ਕਿੰਨੇ ਤੇ ਲੱਗੇਗਾ 500 ਰੁਪਏ ਤੇ ਠੀਕ ਹੋ ਗਿਆ ਤਾਂ ਹੁਣ ਆਟਾ ਚੱਕੀ ਵਾਲੇ ਨੇ ਆਪਣਾ ਆਟਾ ਜਿਹੜਾ ਹੈ ਉਹ 1500 ਰੁਪਏ ਦੇ ਵਿੱਚ ਵੇਚਤਾ ਤਾਂ ਉਹ ਆਟਾ ਖਰੀਦ ਲਿਆ ਮੰਨ ਲਓ ਇੱਕ ਬੇਕਰੀ ਵਾਲੇ ਨੇ ਹੁਣ ਬੇਕਰੀ ਵਾਲੇ ਨੇ ਕੀ ਕਰਨਾ ਹੈ ਉਹਦੇ ਤੋਂ ਬਣਾਣੇ ਨੇ ਬਿਸਕਿਟ ਤਾਂ ਉਹਨੇ ਬਿਸਕਿਟ ਬਣਾਏ
ਹੁਣ ਜਦੋਂ ਇੱਕ ਬੇਕਰੀ ਵਾਲੇ ਨੇ ਇਹ ਆਟਾ ਖਰੀਦਿਆ 1500 ਦਾ, ਹੁਣ ਉਹ ਬਿਸਕਿਟ 1500 ਦੇ ਤਾਂ ਵੇਚੇਗਾ ਨਹੀਂ, ਕਿਉਂ? ਹੁਣ ਅਗਰ ਉਹਨੇ ਬਿਸਕਿਟ ਬਣਾਣੇ ਨੇ ਤਾਂ ਉਹਨੂੰ ਕੀ ਕਰਨਾ ਪਏਗਾ? ਆਟੇ ਨੂੰ ਗੁੰਨਣਾ ਪਏਗਾ, ਉਹਦੇ ਉੱਪਰ ਇੱਕ ਮਜ਼ਦੂਰ ਲਾਣਾ ਪਏਗਾ, ਵਿੱਚ ਕੋਈ ਘਿਓ ਪਾਣਾ ਪਏਗਾ, ਖੰਡ ਪਾਣੀ ਪਏਗੀ, ਮਿਹਨਤ ਲਾਣੀ ਪਏਗੀ। ਤਾਂ ਉਹਨੇ ਕੀ ਕੀਤਾ? ਇਹ ਸਾਰੀਆਂ ਚੀਜ਼ਾਂ ਕੀਤੀਆਂ। ਉਹ ਕਹਿੰਦਾ ਹੈ ਕਿ ਮੇਰੇ ਬਿਸਕੁਟ ਜਿਹੜੇ ਨੇ ਉਹ ਹੈਗੇ ਨੇ 2200 ਰੁਪਏ ਦੇ, ਠੀਕ ਹੈ? ਤਾਂ 2200 ਰੁਪਏ ਦੇ ਬਿਸਕਟ ਜਿਹੜੇ ਨੇ ਉਹਨੇ ਬਣਾ ਕੇ ਇੱਕ ਦੁਕਾਨਦਾਰ ਨੂੰ ਜਿਹੜਾ ਹੈ ਉਹ ਵੇਚਦੇ। ਤਾਂ ਦੁਕਾਨਦਾਰ ਨੇ ਕੀ ਖਰੀਦਿਆ? ਇਹ 2200 ਰੁਪਏ ਦੇ ਬਿਸਕਟ ਖਰੀਦੇ। ਹੁਣ ਜੇ ਤਾਂ ਵੈਟ ਨਹੀਂ ਲੱਗਿਆ ਸੀ, ਜਦੋਂ ਵੈਟ ਨਹੀਂ ਲੱਗਿਆ ਸੀ, ਸਰਕਾਰ ਕਹਿੰਦੀ 2200 ਰੁਪਏ ਦੇ ਬਿਸਕਟ ਬਣਾਏ ਨੇ ਨਾ, ਤਾਂ 2200 ਰੁਪਏ ਟੈਕਸ ਤੇ। ਹੁਣ ਇਹ ਦੁਕਾਨਦਾਰ ਕਹੇਗਾ, ਬੇਕਰੀ ਵਾਲਾ ਇਹ ਕਹਿੰਦਾ ਸਰ 2200 ਰੁਪਏ ਦੇ ਬਿਸਕਟ ਬਣਾਉਣ ਵਾਸਤੇ ਮੈਂ 1500 ਰੁਪਏ ਦਾ ਆਟਾ ਖਰੀਦਿਆ ਹੈ। ਇਹ 1500 ਰੁਪਏ ਕੀ ਹੈ? ਮੇਰਾ ਕੱਚਾ ਮਾਲ ਹੈ, ਠੀਕ ਹੈ? ਉਸ 1500 ਤੇ ਤੁਸੀਂ ਆਲਰੇਡੀ ਟੈਕਸ ਲੈ ਚੁੱਕੇ ਹੋ, 1000 ਰੁਪਏ ਦੇ ਇੱਕ ਲੈ ਚੁੱਕੇ ਹੋ, 500 ਤੇ ਇੱਕ ਲੈ ਚੁੱਕੇ ਹੋ, ਯਾਨੀ 2200 ਰੁਪਏ ਦੇ ਵਿੱਚੋਂ 1500 ਤੇ ਤਾਂ ਤੁਸੀਂ ਟੈਕਸ ਲੈ ਲੈ। ਮੈਂ ਕੀ ਕੀਤਾ? 1500 ਦੀ ਚੀਜ਼ ਖਰੀਦੀ, ਉਹਨੂੰ 2200 ਦੀ बढ़ाती, यानी मैं अपनी तरफ तो किन्ने दा मुल वादा किता 700 रुपए दा, तो मैं टैक्स देवांगा 700 रुपए ते। ਤਾਂ ਹੁਣ ਟੈਕਸ ਕਿੰਨੇ ਤੇ ਲੱਗੇਗਾ? ਜਿੰਨੇ ਦਾ ਮੁੱਲ ਵਾਧਾ ਹੋਇਆ ਹੈ, ਮੁੱਲ ਵਾਧਾ ਕਿੰਨੇ ਦਾ ਹੋਇਆ ਹੈ? 700 ਦਾ, ਤਾਂ ਟੈਕਸ ਕਿੰਨੇ ਤੇ ਲੱਗੇਗਾ? 700 ਰੁਪਏ ਤੇ। ਹੁਣ ਇਹ ਬਿਸਕਿਟ ਇੱਕ ਦੁਕਾਨਦਾਰ ਕੋਲ ਪਹੁੰਚ ਗਏ, ਉਹਨੇ ਕੀ ਕੀਤਾ? ਉਹਦੇ ਕੋਲ ਇੱਕ ਗਾਹਕ ਆ ਗਿਆ। ਹੁਣ ਦੁਕਾਨਦਾਰ ਨੇ ਆधा प्रॉफिट लाया, कितना? वो कहता 300 रुपया प्रॉफिट ला के मैं गाहक ਨੂੰ ਵੇਚਦੇ 2500 ਦੇ। ਹੁਣ 2500 ਦੇ ਬਿਸਕਿਟ ਵੇਚਣ ਵਾਸਤੇ ਉਹਨੇ ਬੇਕਰੀ ਵਾਲੇ ਕੋਲੋਂ ਕਿੰਨੇ ਦੇ ਖਰੀਦੇ ਸੀ? 2200 ਰੁਪਏ ਦੇ। ਹੁਣ ਦੁਕਾਨਦਾਰ ਨੂੰ ਵੀ ਕਈ ਤਰ੍ਹਾਂ ਦੇ ਖਰਚੇ ਪਏ ਹੋਣਗੇ, ਉਹਨੇ ਦੁਕਾਨ ਖੋਲੀ ਹੋਈ ਹੈ, ਉੱਤੇ ਕੋਈ ਨੌਕਰ ਰੱਖਿਆ ਹੋਏਗਾ, ਬਿਜਲੀ ਦਾ ਬਿੱਲ, ਹੋਰ ਚਾਹ ਪਾਣੀ ਦਾ ਬਿੱਲ ਬੜੇ ਨੂੰ ਪੈਂਦੇ ਹੋਣਗੇ। ਤਾਂ ਉਹਨੇ ਕੀ ਕੀਤਾ? ਉਹ ਕਹਿੰਦਾ ਮੈਂ ਤਾਂ 300 ਰੁਪਏ ਵਿੱਚ ਜੋੜਾਂਗਾ। ਉਹਨੇ 2200 ਦੇ ਖਰੀਦੇ, 2500 ਦੇ ਵੇਚੇ, ਤਾਂ ਉਹਨੇ ਕਿੰਨੇ ਦਾ ਮੁੱਲ ਵਾਧਾ ਕੀਤਾ? 300 ਰੁਪਏ ਦਾ। ਹੁਣ ਜੇ ਤਾਂ ਵੈਟ ਨਹੀਂ ਲੱਗਿਆ ਸੀ, ਸਰਕਾਰ ਕਹਿੰਦੀ ਲੈ 2500 ਰੁਪਏ ਦੇ ਬਿਸਕਿਟ ਵੇਚੇ ਨੇ ਨਾ, ਤਾਂ 2500 ਦੇ ਟੈਕਸ ਤੇ। ਉਹ ਕਹੇਗਾ ਸਰ ਇਸ 2500 ਦੇ ਵਿੱਚ 2200 ਰੁਪਏ ਦੇ ਤਾਂ ਤੁਸੀਂ ਟੈਕਸ ਪਹਿਲਾਂ ਹੀ ਲੈ ਚੁੱਕੇ ਹੋ, 1000 ਤੇ ਇੱਕ ਲਿਆ, 500 ਤੇ ਇੱਕ ਲਿਆ, 700 ਤੇ ਇੱਕ ਲਿਆ, 2500 ਚੋਂ 2200 ਤੇ ਤੁਸੀਂ ਟੈਕਸ ਲੈ ਚੁੱਕੇ ਹੋ। ਕਿੰਨੇ ਤੇ ਟੈਕਸ ਨਹੀਂ ਲਿਆ? 300 ਤੇ। ਤਾਂ ਮੈਂ ਟੈਕਸ ਕਿੰਨੇ ਤੇ ਦੇਵਾਂਗਾ? 300 ਤੇ। ਤਾਂ ਲਾਸਟ ਵਿੱਚ ਕੀ ਹੋਇਆ? ਗ੍ਰਾਹਕ ਜਿਹੜਾ ਹੈ ਉਹ ਆਦੀ ਚੀਜ਼ ਜਿਹੜੀ ਹੈ ਉਹ ਲੈ ਗਿਆ, ਬਿਸਕਿਟ ਆਦੇ ਘਰੇ ਉਹਨੇ ਉਹਨੂੰ ਖਾ ਲਿਆ। ਤਾਂ ਮੈਂ ਕੀ ਕਹਾਂਗਾ? ਜਿਹੜਾ ਬਿਸਕਿਟ ਹੈ ਉਹ ਕੀ ਹੈ? ਉਹ ਇੱਕ ਆਖਰੀ ਵਸਤੂ ਹੈ। ਆਪਾਂ ਜਦੋਂ ਵੀ ਉਤਪਾਦਨ ਵਿਧੀ ਯੂਜ਼ ਕਰਨੀ ਹੈ, ਆਪਾਂ ਆਖਰੀ ਵਸਤੂ ਦਾ ਮੁੱਲ ਲੈਣਾ ਹੈ। ਆਖਰੀ ਵਸਤੂ ਕੀ ਹੈ? ਬਿਸਕਿਟ, ਜਿਹੜੇ ਕਿ ਗਾਹਕ ਨੇ ਲਏ ਸੀ, ਉਹ ਆਖਰੀ ਵਸਤੂ ਹੋਏਗੀ। ਆਪਾਂ ਨੂੰ ਹੋਰ ਸਿੰਪਲ ਕਰ ਸਕਦੇ ਹਾਂ। ਦੇਖੋ, ਤੁਹਾਡੇ ਮੰਮਾ ਚਾय ਬਣਾਉਂਦੇ ਘਰੇ, ਤਾਂ ਮੈਂ ਕਹਾਂਗਾ ਤੁਹਾਡੇ ਮੰਮਾ ਕੀ ਨੇ? ਉਤਪਾਦਕ ਨੇ। ਉਤਪਾਦਕ ਕੌਣ ਹੁੰਦਾ ਹੈ? ਜੋ ਕੋਈ ਨਾ ਕੋਈ ਚੀਜ਼ ਬਣਾਉਂਦਾ ਹੈ। ਹੁਣ ਚਾय ਬਣਾਉਣ ਵਾਸਤੇ ਕੀ ਕੀਤਾ ਹੋਵੇਗਾ? ਪਾਣੀ ਲਿਆ, ਪਾਣੀ ਲੈਣ ਤੋਂ ਬਾਅਦ ਉਹਦੇ ਚਾय ਪੱਤੀ ਪਾਈ, ਫਿਰ ਉਹਦੇ ਚ ਖੰਡ ਪਾਈ, ਫਿਰ ਉਹਦੇ ਚ ਦੁੱਧ ਪਾਇਆ, ਉਹਨੂੰ ਉਬਾਲਾ ਦਿਲਵਾਇਆ, ਤਾਂ ਚਾय ਬਣ ਗਈ। ਹੁਣ ਅਗਰ ਆਪਾਂ ਇਹ ਕਹਿੰਦੇ ਆ ਕਿ ਅਗਰ 1 ਕੱਪ ਚਾਹ ਦਾ, ਦੇਖੋ ਚਾਹ ਬਣ ਗਈ, ਹੁਣ ਉਸ ਤੋਂ ਬਾਅਦ ਉਹਦਾ ਹੋਰ ਕੁਝ ਨਹੀਂ ਬਣ ਸਕਦਾ, ਤਾਂ ਚਾਹ ਜਿਹੜੀ ਹੈ ਉਹ ਕੀ ਹੈ? ਉਹ ਆਖਰੀ ਵਸਤੂ ਹੈ। ਅਗਰ ਮੈਂ ਕਹਾਂ ਕਿ ਇੱਕ ਚਾਹ ਦਾ ਕੱਪ ਜਿਹੜਾ ਹੈ ਉਹ 12 ਰੁਪਏ ਦਾ ਹੈ, ਤਾਂ ਅਗਰ ਆਪਾਂ ਉਹ ਚਾਹ ਦਾ ਕੱਪ 12 ਰੁਪਏ ਦਾ ਕਾਊਂਟ ਕਰ ਲਿਆ, ਹੁਣ ਆਪਾਂ ਇਹ ਨਹੀਂ ਵੇਖਾਂਗੇ ਕਿ ਲੋ ਜੀ 12 ਰੁਪਏ ਦਾ ਕੱਪ ਚਾਹ ਦਾ ਹੋ ਗਿਆ, ਇਹਦੇ ਚ 3 ਰੁਪਏ ਦੀ ਚਾਹ ਪੱਤੀ ਲੱਗੀ, ਇਹਦੇ ਚ 2 ਰੁਪਏ ਦੀ ਖੰਡ ਲੱਗੀ, ਇਹਦੇ ਚ 5 ਰੁਪਏ ਦਾ ਦੁੱਧ ਲੱਗਿਆ, ਤਾਂ 10 ਰੁਪਏ ਹੋ ਗਏ। 10 ਰੁਪਏ ਹੁੰਦੇ, 12 ਰੁਪਏ ਚਾਹ ਦੇ, ਤਾਂ ਹੋ ਗਏ 22 ਰੁਪਏ। ਤਾਂ ਉਤਪਾਦਨ ਕਿੰਨੇ ਦਾ ਹੋਇਆ? 22 ਰੁਪਏ ਦਾ। ਉਤਪਾਦਨ 22 ਰੁਪਏ ਦਾ ਨਹੀਂ ਹੋਇਆ, ਉਤਪਾਦਨ ਸਿਰਫ ਇੱਕ ਚੀਜ਼ ਦਾ ਹੋਇਆ, ਕਿਹੜਾ? ਚਾਹ ਦਾ ਕੱਪ। ਕਿੰਨੇ ਦਾ? 12 ਰੁਪਏ ਦਾ। ਆਪਾਂ ਉਹ 12 ਰੁਪਏ ਕਾਊਂਟ ਕਰਨੇ ਨੇ, ਮਤਲਬ ਉਹਨੇ ਜਿਹੜੀ ਚਾਹ ਪੱਤੀ ਵਰਤੀ, ਉਹਨੇ ਜਿਹੜੀ ਖੰਡ ਵਰਤੀ, ਉਹਨੇ ਜਿਹੜਾ ਦੁੱਧ ਵਰਤਿਆ, ਇਹ ਸਾਰੀਆਂ ਚੀਜ਼ਾਂ ਕੀ ਨੇ? ਇਹ ਮੱਧਵਰਤੀ ਹੋ ਗਿਆ, ਕੱਚਾ ਮਾਲ ਹੈ। ਤਾਂ ਕੱਚੇ ਮਾਲ ਦੀ ਵੈਲਿਊ ਜਿਹੜੀ ਹੈ, ਜਦੋਂ ਵੀ ਆਪਾਂ ਚਾਹ ਦੇ ਕੱਪ ਦੀ ਵੈਲਿਊ ਕੱਢਣੀ ਹੋਏਗੀ, ਆਪਾਂ ਕੀ ਕਰਾਂਗੇ? ਸਾਰੇ ਕੱਚੇ ਮਾਲ ਦੀ ਵੈਲਿਊ ਐਡ ਕਰਕੇ ਉਸ ਤੋਂ ਬਾਅਦ ਇੱਕ ਤਿਆਰ ਮਾਲ ਦੀ ਵੈਲਿਊ ਜਿਹੜੀ ਹੈ ਉਹ ਕੱਢ ਲਾਂਗੇ। ਆਪਾਂ ਕਹਾਂਗੇ ਦੇਖੋ ਜੀ
ਉਹਦੇ ਚ 3 ਰੁਪਏ ਦੀ ਚਾਹ ਪੱਤੀ ਲੱਗੀ, 2 ਰੁਪਏ ਦੀ ਖੰਡ ਲੱਗੀ, 5 ਰੁਪਏ ਦਾ ਦੁੱਧ ਲੱਗਿਆ। ਠੀਕ ਹੈ, ਤਾਂ 3 ਤੇ 2 5 ਤੇ 5 10, 2 ਰੁਪਏ ਹੋ ਗਿਆ ਮੁਨਾਫਾ, ਤਾਂ ਹੋ ਗਏ 12 ਰੁਪਏ। यानी ਹੁਣ अगर ਆਪਾਂ 12 ਰੁਪਏ ਦੀ ਚਾਹ ਦਾ ਕੱਪ ਜੋੜ ਲਿਆ, ਇਹਦਾ ਮਤਲਬ ਇਹ ਹੈ ਕਿ 3 ਰੁਪਏ ਦੀ ਚਾਹ ਪੱਤੀ, 2 ਰੁਪਏ ਦੀ ਖੰਡ, 5 ਰੁਪਏ ਦਾ ਦੁੱਧ, 2 ਰੁਪਏ ਦਾ ਮੁਨਾਫਾ, ਇਹ ਦੁਬਾਰਾ ਤੋਂ ਨਹੀਂ ਜੋੜਦੇ ਨੇ ਕਿਉਂਕਿ ਇਹ ਸਾਰਿਆਂ ਨੂੰ ਜੋੜ ਕੇ ਹੀ 12 ਰੁਪਏ ਬਣਿਆ। ਤਾਂ ਆਪਾਂ ਆਖਰੀ ਵਸਤੂ ਲੈਣੀ ਹੈ, ਆਪਾਂ ਜਿਹੜੇ ਵਿਚਕਾਰ ਚੀਜ਼ਾਂ ਯੂਜ਼ ਹੁੰਦੀਆਂ ਨੇ, ਜਿਹਨੂੰ ਆਪਾਂ ਕਹਿੰਦੇ ਆ ਮੱਧਵਰਤੀ, ਮੱਧ ਯਾਨੀ ਕਿ ਵਿਚਕਾਰ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ। क्यों? क्योंकि उत्पादन जड़ा है वो की है, वो एक प्रक्रिया है। ਹੁਣ ਇਸ ਪ੍ਰਕਿਰਿਆ ਦੇ ਵਿਚਕਾਰ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵਰਤਾਂਗੇ। ਤਾਂ ਜਿਹੜੀਆਂ ਵਿਚਕਾਰ ਦੇ ਵਿੱਚ ਚੀਜ਼ਾਂ ਵਰਤਦੇ ਆ ਨਾ, ਉਹ ਕੀ ਹੁੰਦੀਆਂ ਨੇ? ਕੱਚਾ ਮਾਲ ਹੁੰਦੀਆਂ ਨੇ। ਵਿਚਕਾਰ ਦੇ ਵਿੱਚ ਪ੍ਰਕਿਰਿਆ ਦੇ ਵਿੱਚ ਬੜੀਆਂ ਸਾਰੀਆਂ ਚੀਜ਼ਾਂ ਆਣਗੀਆਂ, ਪਰ ਉਹ ਸਾਰੀਆਂ ਚੀਜ਼ਾਂ ਦਾ ਮੁੱਲ ਜਿਹੜਾ ਹੈ ਉਹ ਆਖਰੀ ਚੀਜ਼ ਦੇ ਮੁੱਲ ਦੇ ਵਿੱਚ ਆ ਜਾਏਗਾ। ਤਾਂ ਜੇਕਰ ਆਪਾਂ ਇੱਕ ਵਾਰੀ ਆਖਰੀ ਚੀਜ਼ ਦਾ ਮੁੱਲ ਲੈ ਲਿਆ, ਇਹਦਾ ਮਤਲਬ ਜਿਹੜੀਆਂ ਵਿਚਕਾਰ ਦੇ ਵਿੱਚ ਚੀਜ਼ਾਂ ਵਰਤੀਆਂ ਸੀ ਉਹ ਨਹੀਂ ਲੈਣੀਆਂ। यानी ਹੁਣ ਕੀ ਹੋਇਆ? ਅਗਰ ਮੈਂ ਇਹ ਕਹਾਂ ਕਿ ਉਤਪਾਦਨ ਕਿੰਨੇ ਦਾ ਹੋਇਆ, ਮੈਂ ਕਹਾਂ ਜੀ 1000 ਦਾ ਤਾਂ ਕਣਕ ਬਣੀ, 1500 ਦਾ ਆਟਾ ਬਣਿਆ, 2200 ਦੇ ਬਿਸਕੁਟ ਬਣੇ, 2500 ਦੇ ਵੇਚੇ ਗਏ। ਤਾਂ ਅਗਰ ਮੈਂ ਇਹਨਾਂ ਸਾਰਿਆਂ ਨੂੰ ਜਿਹੜਾ ਹੈ ਜੋੜ ਦਿਆਂ ਤਾਂ ਕਿੰਨਾ ਆਇਆ? 10 ਤੇ 15 25, 25 ਤੇ 22 47, 47 ਤੇ 5 47 ਤੇ 5 52 ਤੇ 20 7200 ਰੁਪਏ। ਮੈਂ ਕਹਾਂ ਵੀ ਜਿਹੜਾ ਉਤਪਾਦਨ ਹੋਇਆ ਹੈ ਉਹ 7200 ਰੁਪਏ ਦਾ ਹੋਇਆ, 7200 ਦਾ ਥੋੜੀ ਹੋਇਆ। ਅਖੀਰ ਤੇ ਤਾਂ ਇਹਨਾਂ ਸਾਰਿਆਂ ਦੀਆਂ ਕੋਸ਼ਿਸ਼ਾਂ ਕਰਕੇ ਆ 2500 ਰੁਪਏ ਦੇ ਬਿਸਕਿਟ ਬਣੇ ਨੇ, ਤਾਂ ਉਤਪਾਦਨ 2500 ਦਾ ਹੋਇਆ ਹੈ, 7200 ਦਾ ਨਹੀਂ ਹੋਇਆ। ਪਰ ਅਗਰ ਮੈਂ ਇਹ ਸਾਰੇ ਜੋੜ ਲਏ, ਇਹਨਾਂ ਨੂੰ ਜੋੜ 7200 ਦੇ ਦੇਣਗੇ। ਹੁਣ ਮੈਂ ਕੱਢਣੀ ਹੈ ਆਖਰੀ ਵਸਤੂ ਦਾ ਮੁੱਲ, ਮਤਲਬ ਜੋ ਆਖਰੀ ਚੀਜ਼ ਬਣੀ ਉਹ ਕਿਵੇਂ ਬਣੀ। ਹੁਣ ਉਹਦੇ 3 ਤਰੀਕੇ ਨੇ। ਪਹਿਲਾ ਤਰੀਕਾ ਤਾਂ ਤੁਸੀਂ ਆਪ ਹੀ ਦੇਖ ਲਓ ਕਿ ਆਖਰੀ ਚੀਜ਼ ਜਿਹੜੀ ਗਾਹਕ ਨੂੰ ਵੇਚੀ ਗਈ ਸੀ ਉਹ ਕਿੰਨੇ ਦੀ ਸੀ? 2500 ਦੀ। ਜਾਂ ਤਾਂ ਸਿੱਧਾ ਹੀ ਆ 2500 ਚੱਕ ਲਓ। ਜੇ ਤੁਹਾਨੂੰ ਇਹ 2500 ਨਹੀਂ ਪਤਾ ਲੱਗਦਾ ਪਿਆ, ਫਿਰ ਕੀ ਕਰਨਾ ਹੈ? ਜਿੰਨੇ ਦਾ ਉਤਪਾਦਨ ਹੋਇਆ, ਕਿੰਨੇ ਦਾ ਹੋਇਆ? 7200 ਦਾ। ਇਹਦੇ ਵਿੱਚ ਜਿੰਨਾ ਤੁਸੀਂ ਕੱਚਾ ਮਾਲ ਖਰੀਦਿਆ, ਕਿੰਨੇ ਦਾ ਖਰੀਦਿਆ? 1000 ਦਾ ਇੱਕ, 1500 ਦਾ ਇੱਕ ਤੇ 2200 ਦਾ ਇੱਕ। 22 ਤੇ 15 37 ਤੇ 10 4700। ਤਾਂ ਕੀ ਕਰਨਾ ਹੈ? ਅਗਰ ਆਪਾਂ ਇਹ ਚੈੱਕ ਕਰਨਾ ਹੈ ਕਿ ਆਪਣਾ ਅੰਤਿਮ ਉਤਪਾਦਨ ਦਾ ਮੁੱਲ ਕਿੰਨਾ ਹੈ, ਤਾਂ ਜੋ ਵੀ ਤੁਹਾਡਾ ਕੁੱਲ ਉਤਪਾਦਨ ਦਾ ਮੁੱਲ ਆਇਆ ਸੀ, ਤਾਂ ਤੁਹਾਡੇ ਕੁੱਲ ਉਤਪਾਦਨ ਦਾ ਮੁੱਲ ਇਹ ਕਿੰਨਾ ਸੀ? 7200। ਇਹਦੇ ਵਿੱਚੋਂ ਕੀ ਕਰੋ, ਜੋ ਵੀ ਤੁਹਾਡਾ ਮੱਧਵਰਤੀ ਉਪਭੋਗ ਸੀ, ਮਤਲਬ ਜੋ ਤੁਸੀਂ ਕੱਚਾ ਮਾਲ ਵਰਤਿਆ, ਕਿੰਨੇ ਦਾ ਵਰਤਿਆ? 4700 ਦਾ। ਤਾਂ ਇਹਨੂੰ ਆਪਾਂ ਮਾਈਨਸ ਕਰ ਦਿੰਦੇ ਆ, ਆਨਸਰ ਆਪਣੇ ਆਪ ਹੀ ਆਪਣਾ ਕੀ ਆ ਜਾਏਗਾ? 2500 ਆ ਜਾਏਗਾ। यानी अगर ਆਪਾਂ ਆਖਰੀ ਵਸਤੂ ਦਾ ਮੁੱਲ ਕੱਢਣਾ ਹੈ ਤਾਂ ਕਿਵੇਂ ਕੱਢਾਂਗੇ? ਜਿੰਨਾ ਜਿੰਨਾ ਕੋਈ ਉਤਪਾਦਨ ਕਹਿੰਦਾ ਹੈ, ਸਾਰਿਆਂ ਦੀ ਗੱਲ ਮੰਨ ਲਓ। ਉਹ ਕਹਿੰਦਾ ਮੈਂ 1000 ਦੀ ਜਿਹੜਾ ਕਣਕ ਬਣਾਈ, ਮੰਨ ਲਿਆ। ਉਹ ਕਹਿੰਦਾ ਮੈਂ 1500 ਦਾ ਆਟਾ ਬਣਾਇਆ, ਮੰਨ ਲਿਆ। ਉਹ ਕਹਿੰਦਾ ਮੈਂ 2200 ਦੇ ਬਿਸਕਿਟ ਬਣਾਏ, ਮੰਨ ਲਿਆ। ਉਹ ਕਹਿੰਦਾ ਮੈਂ 2500 ਦੇ ਵੇਚੇ, ਮੰਨ ਲਿਆ। ਆਪਾਂ ਕਹਿੰਦੇ ਚਲੋ ਜੀ ਆਪਾਂ ਤੁਹਾਨੂੰ ਸਾਰਿਆਂ ਨੂੰ ਮੰਨ ਲੈਂਦੇ ਆ, ਸਾਰਿਆਂ ਨੂੰ ਮੰਨ ਲੈਂਦੇ ਆ। ਮਤਲਬ ਆਪਾਂ ਇਹ ਕਹਾਂਗੇ ਕਿ ਤੁਸੀਂ ਸਾਰਿਆਂ ਨੇ ਮਿਲ ਕੇ 7200 ਰੁਪਏ ਦੀਆਂ ਚੀਜ਼ਾਂ ਬਣਾਈਆਂ। ਹੁਣ ਹਰੇਕ ਬੰਦੇ ਨੂੰ ਪੁੱਛਾਂਗੇ, ਲੈ ਵੀ ਤੂੰ ਕੱਚਾ ਮਾਲ ਕਿੰਨੇ ਕਿੰਨੇ ਦਾ ਖਰੀਦਿਆ? ਤਾਂ ਬੇਕਰੀ ਵਾਲਾ ਜਿਹੜਾ ਆਟੇ ਚੱਕੀ ਵਾਲਾ ਹੈ ਉਹ ਕਹੇਗਾ ਮੈਂ 1000 ਰੁਪਏ ਦੀ ਕਣਕ ਖਰੀਦੀ। ਜਿਹੜਾ ਬੇਕਰੀ ਵਾਲਾ ਹੈ ਉਹ ਕਹੇਗਾ ਮੈਂ 1500 ਦਾ ਆਟਾ ਖਰੀਦਿਆ। ਜਿਹੜਾ ਦੁਕਾਨਦਾਰ ਹੈ ਉਹ ਕਹੇਗਾ ਮੈਂ 2200 ਦੇ ਜਿਹੜੇ ਨੇ ਉਹ ਬਿਸਕਟ ਖਰੀਦੇ। ਤਾਂ ਮੈਂ ਕਹਾਂਗਾ ਲੋ ਵੀ ਇਹ ਹੋ ਗਿਆ ਤੁਹਾਡਾ ਕੱਚਾ ਮਾਲ। ਤੁਸੀਂ ਕੱਚਾ ਮਾਲ ਕਿੰਨੇ ਦਾ ਖਰੀਦਿਆ? 4700 ਦਾ। ਦੇਖ ਹੁਣ ਮੈਂ ਕਹਾਂਗਾ ਤੁਸੀਂ ਹੁਣ ਸਾਰਿਆਂ ਨੇ ਮਿਲ ਕੇ 7200 ਰੁਪਏ ਦੇ ਜਿਹੜੇ ਨੇ ਉਹ ਜਿਹੜੇ ਬਿਸਕਟ ਬਣਾਏ ਨੇ, ਉਤਪਾਦਨ ਕੀਤਾ ਤੁਸੀਂ 7200 ਦਾ। 7200 ਦਾ ਉਤਪਾਦਨ ਕਰਨ ਵਾਸਤੇ ਤੁਸੀਂ 4700 ਰੁਪਏ ਦਾ ਕੱਚਾ ਮਾਲ ਖਰੀਦਿਆ। ਤਾਂ ਹੁਣ ਕੱਚੇ ਮਾਲ ਨੂੰ ਕੀ ਕਰਨਾ ਹੈ? ਆਪਾਂ ਉਤਪਾਦਨ ਚੋਂ ਘਟਾ ਲੈਣੇ ਆ। ਤਾਂ ਅਖੀਰ ਉਤਪਾਦਨ ਕਿੰਨਾ ਆ ਜਾਏਗਾ? 2500। ਉਹ ਕਿੰਨੇ ਬਰਾਬਰ ਆਏਗਾ? ਉਹ ਤੁਹਾਡੀ ਜਿਹੜੀ ਲਾਸਟ ਚੀਜ਼ ਆਈ ਹੈ ਨਾ ਉਹਦੇ ਬਰਾਬਰ ਆਪਣੇ ਆਪ ਹੀ ਜਿਹੜਾ ਉਹ ਆ ਜਾਏਗਾ। ਹੁਣ ਇੱਕ ਤਰੀਕਾ ਹੋਰ ਵੀ ਹੈਗਾ ਵੀ ਅਗਰ ਮੈਂ ਕੀ ਕਰਾਂ, ਹਰੇਕ ਉਤਪਾਦਨ ਦੇ ਪੱਧਰ ਤੇ, यानी देखो आ उत्पादन का पद्धर नंबर 1 सी, आ 2 सी, आ 3 सी ते आ 4 सी।
ਚਾਰ ਉਤਪਾਦਨ ਦੇ ਜਿਹੜੇ ਪੱਧਰ ਨੇ ਉਹ ਚੱਲੇ ਤਾਂ ਹਰੇਕ ਪੱਧਰ ਤੇ ਜਿੰਨਾ ਜਿੰਨਾ ਮੁੱਲ ਵਾਧਾ ਹੋਇਆ ਉਹਨੂੰ ਜੋੜ ਦੋ। ਮਤਲਬ ਸਭ ਤੋਂ ਪਹਿਲਾਂ ਕਿਸਾਨ ਨੇ 1000 ਦਾ ਮੁੱਲ ਵਾਧਾ ਕੀਤਾ, ਉਸ ਤੋਂ ਬਾਅਦ ਆਟਾ ਚੱਕੀ ਵਾਲੇ ਨੇ 500 ਰੁਪਏ ਦਾ ਕੀਤਾ, ਕਿੰਨਾ ਹੋ ਗਿਆ 1500। ਉਸ ਤੋਂ ਬਾਅਦ ਬੇਕਰੀ ਵਾਲੇ ਨੇ ਕੀਤਾ 700 ਦਾ, ਕਿੰਨਾ ਹੋ ਗਿਆ 2200। ਦੁਕਾਨਦਾਰ ਨੇ ਕਿੰਨੇ ਦਾ ਕੀਤਾ 300, ਤਾਂ ਕਿੰਨਾ ਆ ਗਿਆ 2500। ਤਾਂ ਇੱਥੋਂ ਵੀ ਆਪਾਂ ਉਤਪਾਦਨ ਦਾ ਮੁੱਲ ਕੱਢ ਸਕਦੇ ਆ। यानी ਹੁਣ ਯਾਦ ਤਾਂ ਕੀ ਕਰਨਾ ਹੈ ਵੀ ਜੋ ਆਖਰੀ ਵਸਤੂ ਬਣੀ ਉਹ ਪਕੜ ਲਓ, ਜੇ ਉਹ ਨਹੀਂ ਪਤਾ ਤਾਂ ਕੀ ਕਰੋ, ਜਿੰਨੇ ਦਾ ਉਤਪਾਦਨ ਹੋਇਆ ਉਹਦੇ ਵਿੱਚੋਂ ਕੀ ਕਰਨਾ ਹੈ ਕੱਚੇ ਮਾਲ ਦਾ ਮੁੱਲ ਜਿਹੜਾ ਹੈ ਉਹ ਘਟਾ ਦੇਣਾ ਹੈ, ਉਹ ਵੀ ਤੁਹਾਡਾ ਅੰਤਿਮ ਵਸਤੂ ਦਾ ਮੁੱਲ ਆ ਜਾਏਗਾ। ਨੰਬਰ 3 ਕੀ ਕਰਨਾ ਹੈ ਵੀ ਹਰੇਕ ਉਤਪਾਦਨ ਦੇ ਪੱਧਰ ਤੇ ਜਿੰਨਾ ਜਿੰਨਾ ਮੁੱਲ ਵਾਧਾ ਹੋਇਆ ਹੈ ਉਹ ਸਾਰੇ ਮੁੱਲ ਵਾਧੇ ਨੂੰ ਜੋੜ ਦਿਓ, ਤੁਹਾਨੂੰ 2500 ਮਿਲ ਜਾਏਗਾ। ਤਾਂ ਜੋ ਮਰਜ਼ੀ ਤਰੀਕਾ ਅਪਣਾ ਲਓ, ਇੱਕੋ ਹੀ ਗੱਲ ਹੈ। ਤਾਂ ਹੀ ਆਪਾਂ ਨੂੰ ਕੀ ਕਰਦੇ ਆ ਅੰਤਿਮ ਉਤਪਾਦਨ ਵਿਧੀ ਜਿਹੜੀ ਹੈ ਉਹ ਕਹਿੰਦੇ ਆ ਅੰਤਿਮ ਉਤਪਾਦਨ ਵਿਧੀ, ਮਤਲਬ ਆਪਾਂ ਆਖਰੀ ਉਤਪਾਦਨ ਲੈਣਾ ਹੈ। ਆਖਰੀ ਉਤਪਾਦਨ ਕਿੰਨੇ ਦਾ ਹੋਇਆ ਹੈ 2500 ਰੁਪਏ ਦਾ, ਆਪਾਂ 2500 ਰੁਪਏ ਲੈਣੇ ਨੇ। ਜਾਂ ਆਪਾਂ ਕੀ ਕਰਨਾ ਹੈ ਜੇ ਆਖਰੀ ਉਤਪਾਦਨ ਨਹੀਂ ਪਤਾ ਲੱਗਦਾ ਪਿਆ ਤਾਂ ਆਖਰੀ ਉਤਪਾਦਨ ਦਾ ਮੁੱਲ ਕੱਢਣ ਦਾ ਫਾਰਮੂਲਾ ਕੀ ਹੈ ਵੀ ਜਿੰਨਾ ਵੀ ਉਤਪਾਦਨ ਹੋਇਆ ਹੈ ਉਹਦੇ ਵਿੱਚੋਂ ਕੀ ਕਰਨਾ ਆਪਾਂ ਜਿੰਨਾ ਵੀ ਆਪਣਾ ਮੱਧਵਰਤੀ ਉਪਭੋਗ ਹੈ, ਜਿੰਨਾ ਵੀ ਆਪਾਂ ਕੱਚਾ ਮਾਲ ਵਰਤਿਆ ਹੈ ਉਹਨੂੰ ਕੀ ਕਰਨਾ ਹੈ ਮਾਈਨਸ ਕਰ ਦੇਣਾ ਹੈ। ਤਾਂ ਉਤਪਾਦਨ ਦੇ ਮੁੱਲ ਦੇ ਵਿੱਚੋਂ ਕੱਚਾ ਮਾਲ ਮਾਈਨਸ ਕਰ ਦਿਓ, ਉਹ ਵੀ ਤੁਹਾਡੇ ਉਤਪਾਦਨ ਦਾ ਮੁੱਲ ਆ ਜਾਏਗਾ। ਜਾਂ ਕੀ ਕਰਨਾ ਹੈ ਹਰੇਕ ਉਤਪਾਦਨ ਦੇ ਪੱਧਰ ਤੇ ਜਿੰਨਾ ਜਿੰਨਾ ਮੁੱਲ ਵਾਧਾ ਹੋਇਆ ਹੈ ਉਹ ਸਾਰੇ ਦੇ ਸਾਰੇ ਮੁੱਲ ਵਾਧੇ ਨੂੰ ਜੋੜ ਦਿਓ, ਉਹ ਵੀ 2500 ਆ ਜਾਏਗਾ। ਜਿਵੇਂ ਮਰਜ਼ੀ ਕਰ ਲਓ, ਇੱਕੋ ਹੀ ਗੱਲ ਹੈ, ਕੋਈ ਫਰਕ ਨਹੀਂ ਪੈਣ ਵਾਲਾ। ਇਹਦਾ ਮਤਲਬ ਹੁਣ ਇਸ ਬੇਸ ਤੇ ਹੀ ਆਪਾਂ ਕੀ ਕਰਾਂਗੇ, ਹੁਣ ਆਪਾਂ ਉਤਪਾਦਨ ਵਿਧੀ ਦਾ ਜਿਹੜਾ ਫਾਰਮੂਲਾ ਹੈ ਉਹ ਬਣਾਵਾਂਗੇ। ਹੁਣ ਸੋਚੋ ਕਿ ਆਪਾਂ ਕੀ ਲਿਖਿਆ, ਆਪਾਂ ਲਿਖਿਆ ਕਿ ਮੁੱਲ ਵਾਧਾ ਅਗਰ ਆਪਾਂ ਕੱਢਣਾ ਹੈ ਤਾਂ ਮੁੱਲ ਵਾਧਾ ਕਿੰਨਾ ਬਰਾਬਰ ਹੈ ਜਿੰਨਾ ਵੀ ਉਤਪਾਦਨ ਦਾ ਮੁੱਲ ਹੈ ਉਹਦੇ ਚ ਆਪਾਂ ਕੀ ਕਰਨਾ ਹੈ ਮੱਧਵਰਤੀ ਉਪਭੋਗ ਜਿਹੜਾ ਹੈ ਉਹ ਕੀ ਕਰ ਦੇਣਾ ਆਪਾਂ ਮਾਈਨਸ ਕਰ ਦੇਣਾ। ਯਾਨੀ ਮੁੱਲ ਵਾਧਾ ਕਿੰਨੇ ਦਾ ਹੋਇਆ ਕਿਵੇਂ ਪਤਾ ਲੱਗੇਗਾ, ਤੁਸੀਂ ਜਿੰਨੇ ਦਾ ਉਤਪਾਦਨ ਕੀਤਾ ਮਾਈਨਸ ਉਹਦੇ ਵਾਸਤੇ ਤੁਸੀਂ ਕਿੰਨੇ ਦਾ ਕੱਚਾ ਮਾਲ ਖਰੀਦਿਆ। ਕਿਵੇਂ ਹੁਣ ਆਪਾਂ ਇਹ ਕਹੀਏ ਵੀ ਅਗਰ ਇੱਕ ਬੰਦਾ ਇਹ ਕਹਿੰਦਾ ਹੈ ਕਿ ਮੈਂ 1500 ਰੁਪਏ ਦਾ ਉਤਪਾਦਨ ਕੀਤਾ, ਮੈਂ ਪੁੱਛਾਂਗਾ ਉਹਦੇ ਵਾਸਤੇ ਤੂੰ ਕਿੰਨੇ ਦਾ ਕੱਚਾ ਮਾਲ ਖਰੀਦਿਆ, ਉਹ ਕਹਿੰਦਾ ਮੈਂ ਕੱਚਾ ਮਾਲ ਖਰੀਦਿਆ 1000 ਰੁਪਏ ਦਾ। ਤਾਂ ਮੈਂ ਕਹਾਂਗਾ ਦੇਖ 1000 ਰੁਪਏ ਦਾ ਤਾਂ ਤੂੰ ਆਲਰੇਡੀ ਖਰੀਦਿਆ ਸੀ, 1000 ਰੁਪਏ ਦਾ ਸਮਾਨ ਤੂੰ ਆਲਰੇਡੀ ਖਰੀਦਿਆ ਹੈ, ਹੁਣ ਤੂੰ ਬਣਾਇਆ 1500 ਦਾ। ਤੂੰ ਇਹ ਨਹੀਂ ਕਹਿ ਸਕਦਾ ਕਿ ਮੈਂ 1500 ਦੀਆਂ ਚੀਜ਼ਾਂ ਬਣਾਈਆਂ ਨੇ, ਕਿਉਂਕਿ 1500 ਰੁਪਏ ਦੇ ਵਿੱਚੋਂ 1000 ਰੁਪਏ ਦੀ ਚੀਜ਼ ਤਾਂ ਪਹਿਲਾਂ ਹੀ ਬਣੀ ਹੋਈ ਸੀ ਜਿਹੜੀ ਤੂੰ ਖਰੀਦੀ। ਤਾਂ ਤੂੰ ਆਦੀ ਤਰਫ ਤੋਂ ਕਿੰਨੀਆਂ ਚੀਜ਼ਾਂ ਬਣਾਈਆਂ, ਤੂੰ ਆਦੀ ਤਰਫ ਤੋਂ ਉਹ 1000 ਰੁਪਏ ਦੇ ਵਿੱਚ ਉਹਦਾ ਕਿੰਨਾ ਮੁੱਲ ਵਧਾਇਆ। ਮੈਂ ਕਹਾਂਗਾ ਤੂੰ ਮੁੱਲ ਵਧਾਇਆ 500 ਰੁਪਏ ਦਾ ਆਦੀ ਤਰਫ ਤੋਂ, ਤਾਂ ਤੇਰਾ ਮੁੱਲ ਵਾਧਾ ਕਿੰਨਾ ਹੋ ਗਿਆ 500 ਰੁਪਏ ਹੋ ਗਿਆ। ਤਾਂ ਮੁੱਲ ਵਾਧਾ ਕੱਢਣ ਦਾ ਫਾਰਮੂਲਾ ਜਿਹੜਾ ਹੈ ਉਹ ਕੀ ਰਹੇਗਾ, ਉਹ ਰਹੇਗਾ ਉਤਪਾਦਨ ਦੇ ਮੁੱਲ ਦੇ ਵਿੱਚੋਂ ਆਪਾਂ ਕੀ ਕਰਨਾ ਹੈ ਜਿੰਨਾ ਵੀ ਮੱਧਵਰਤੀ ਉਪਭੋਗ ਹੋਏਗਾ, ਜਿੰਨਾ ਵੀ ਕੱਚਾ ਮਾਲ ਹੋਏਗਾ ਉਹ ਆਪਾਂ ਮਾਈਨਸ ਕਰ ਦੇਣਾ। ਹੁਣ ਕੀ ਹੋਏਗਾ, ਸਪੋਜ਼ ਕਰੋ ਵੀ ਇੱਕ ਬੰਦੇ ਨੇ ਹੁਣ ਆਦੇ ਉਤਪਾਦਨ ਦਾ ਮੁੱਲ ਕੱਢਣਾ ਹੈ। देखो कच्चा माल किन्ने दा खरीदिया ये तुहानू पता है कि मैं एने दा कच्चा माल खरीदिया, हुण उन्हें चीज़ां बनाईयां किन्ने दियां ये देखना है। यानी उनदे उत्पादन दा मुੱਲ किन्ने दा है उन्हें ये देखना है कि मैं जिन्ने दियां चीज़ां बनाईयां ने वो मैनू किवें पता लगेगा कि मैं किन्ने दियां चीज़ां बनाईयां। वो कहता है कि मैं 10,000 रुपए दियां चीज़ां बनाईयां ते 10,000 दियां चीज़ां वेच दियां। मतलब जिन्ना बनाया ते जिन्ना वेचा बराबर, किवें 10,000 दियां चीज़ां बनाईयां ते 10,000 दियां चीज़ां वेचतियां। ਇਹਦਾ मतलब की होएगा भी जिन्नियां चीज़ां उन्हें बनाईयां यानी जो उनके उत्पादन का मुੱਲ है वो किन्ने बराबर है जिन्नियां उन्हें चीज़ां वेचियां। तो उत्पादन का मुੱਲ किन्ने बराबर आ जाएगा, बिक्री के बराबर आ जाएगा। ठीक है, मतलब जिन्ना बनाया सारे का सारा वेच गया। ਤਾਂ ਜੇਕਰ
जिन्ना उत्पादन एक उत्पादक करता है, अगर उस सारे दा सारा उत्पादन विक जाता है तो मैं कहूंगा कि उत्पादन दा मुल ते बिक्री की होणगे बराबर होणगे। पर कई बार एवं भी होता है भी जिन्नियां दा उत्पादन एक उत्पादक करता है वो सारियां दियां सारियां चीजां विकदियां नहीं हैगियां, कुछ बच भी जांदियां ने। हुण की होया, एक उत्पादक कहता है कि मैं की कीता, मैं 100 रुपए दियां चीजां बेचियां, तो मैं कहूंगा 100 रुपए दी बिक्री होगी, ठीक हो गया। वो कहता पहला मेरे गोडाउन दे विच जिहड़ा है ਉਹ ਪਈਆਂ ਸੀ, ਤਾਂ ਹੁਣ ਕਹਿੰਦਾ ਪਹਿਲਾ ਮੇਰੇ ਗੋਦਾਮ ਦੇ ਵਿੱਚ 30 ਰੁਪਏ ਦੀਆਂ ਚੀਜ਼ਾਂ ਪਈਆਂ ਸੀ ਪਹਿਲਾ, ਠੀਕ ਹੈ। ਕਹਿੰਦਾ ਹੁਣ ਜਿਹੜਾ ਹੈ ਹੁਣ ਮੇਰੇ ਗੋਦਾਮ ਦੇ ਵਿੱਚ 40 ਰੁਪਏ ਦੀਆਂ ਚੀਜ਼ਾਂ ਪਈਆਂ ਨੇ, ਤੇ ਮੈਂ ਪੁੱਛਾਂਗਾ ਭਈਆ ਤੂੰ ਬਣਾਈਆਂ ਕਿੰਨੇ ਦੀਆਂ? ਫਿਰ ਹੁਣ ਸੋਚੋ ਕਿ ਉਹਨੇ ਕਿੰਨੇ ਦੀਆਂ ਚੀਜ਼ਾਂ ਬਣਾਈਆਂ। ਰਿਪੀਟ ਕਰਦੇ ਹਾਂ, 100 ਰੁਪਏ ਦੀਆਂ ਚੀਜ਼ਾਂ ਵੇਚੀਆਂ, ਪਹਿਲਾ ਪਈਆਂ ਸੀ ਗੋਡਾਊਨ ਦੇ ਵਿੱਚ 30 ਰੁਪਏ ਦੀਆਂ ਚੀਜ਼ਾਂ, ਹੁਣ ਪਈਆਂ ਨੇ ਗੋਡਾਊਨ ਦੇ ਵਿੱਚ 40 ਰੁਪਏ ਦੀਆਂ ਚੀਜ਼ਾਂ, ਉਹਨੇ ਬਣਾਈਆਂ ਕਿੰਨੇ ਦੀਆਂ? ਹੁਣ ਕਿਵੇਂ ਪਤਾ ਲੱਗੇਗਾ? ਧਿਆਨ ਨਾਲ ਸੋਚੋ, ਬਹੁਤ ਸਿੰਪਲ ਕਾਮਨ ਸੈਂਸ ਰੱਖਣ ਵਾਲੀ ਹੈ। ਉਹ ਕਹਿੰਦਾ ਕਿ 100 ਰੁਪਏ ਦੀਆਂ ਚੀਜ਼ਾਂ ਤਾਂ ਵੇਚੀਆਂ ਨੇ, ਜੇ ਬਣਾਈਆਂ ਤਾਂ ਹੀ ਤਾਂ ਵੇਚੀਆਂ, ਤਾਂ 100 ਰੁਪਏ ਤਾਂ ਸਿੱਧੇ ਆ ਗਏ। यानी पहला गोडाउन च पईयां सी 30 रुपए दियां, हुण पईयां ने 40 रुपए दियां, मतलब जो गोडाउन दे विच चीजां पईयां ने वो 10 रुपए दियां वध गईयां, क्योंकि पहला 30 रुपए दे पईयां सी, हुण 40 दियां पईयां ने। एना मतलब 100 दियां चीजां तो ने बेचतियां। एना मतलब ये होया कि पहला गोडाउन च पईयां सी 30 रुपए दियां, हुण पईयां ने 40 रुपए दियां, मतलब 10 रुपए दियां चीजां ओने आदे गोडाउन च रखियां, मतलब 10 रुपए ਦੀਆਂ ਚੀਜ਼ਾਂ ਆਉਂਦੀਆਂ ਨਹੀਂ ਵਿਕੀਆਂ, मतलब 100 ਰੁਪਏ ਦੀਆਂ ਚੀਜ਼ਾਂ ਵਿਕੀਆਂ, 10 ਰੁਪਏ ਦੀਆਂ ਨਹੀਂ ਵਿਕੀਆਂ, ਇਹਦਾ ਮਤਲਬ ਬਣਾਈਆਂ ਕਿੰਨੇ ਦੀਆਂ? 110 ਰੁਪਏ ਦੀਆਂ, ਠੀਕ ਹੈ। ਉਲਟਾ ਵੀ ਕਰ ਸਕਦੇ ਹਾਂ। ਅਗਰ ਮੈਂ ਇਹਨੂੰ ਉਲਟਾ ਕਰਦਾ, ਮੈਂ ਕਹਾਂ ਕਿ ਹੁਣ ਗੋਦਾਮ 'ਚ ਪਈਆਂ 30 ਰੁਪਏ ਦੀਆਂ ਚੀਜ਼ਾਂ, ਪਹਿਲਾਂ ਗੋਦਾਮ 'ਚ ਪਈਆਂ ਸੀ 40 ਰੁਪਏ ਦੀਆਂ ਚੀਜ਼ਾਂ, ਠੀਕ ਹੈ। भी हुण पईयां 30 रुपए दियां, पहला पईयां सी 40 रुपए दियां, तो कहंदा मैं 100 रुपए दियां चीजां बेचियां, चलो ठीक है मान लिया जी। हुण की है, वो कहंदा हुण मेरे गोदाम च पईयां ने 30 रुपए दियां चीजां, पहला पईयां सी 40 रुपए दियां चीजां, मतलब उनके गोडाउन दे विच जिन्नियां चीजां पईयां सी किन्ने दियां? 40 रुपए दियां, वो 10 रुपए दियां घट गईयां, मतलब उन्हें 10 रुपए दियां चीजां तां आदे गोडाउन दे विचों कढ के बेचियां ने, मतलब 10 रुपए दी चीजां गोडाउन चों कढ लियां, उथों बेचतियां, टोटल किन्ने दे बेचियां? 100 दियां, एंड मतलब उन्हें बनाईयां किन्ने दियां? 90 दियां, 90 दियां बना के बेच दियां, 10 रुपए दी चीजां गोडाउन चों कढ के बेच लियां, तो फिर उन्हें बनाईयां किन्ने दियां? उन्हें बनाईयां 100 रुपए दियां। यानी अगर आपां उत्पादन दा मुल ਜਿਹੜਾ ਹੈ ਅਗਰ ਸਾਰੇ ਦਾ ਸਾਰਾ ਨਹੀਂ ਵਿਕਦਾ ਤਾਂ ਕਿੰਨੇ ਬਰਾਬਰ ਹੋਏਗਾ? ਉਹ ਹੋਏਗਾ ਮੁੱਲ ਵਾਧਾ, ਕਿੰਨੇ ਬਰਾਬਰ ਹੈ? ਪਹਿਲਾ ਤਾਂ ਜਿੰਨਾ ਤੁਸੀਂ ਵੇਚਿਆ ਵਿਕਰੀ, ਫਿਰ ਕੀ ਹੋਏਗਾ? ਪਲੱਸ ਕੀ ਹੋਏਗਾ? ਤੁਹਾਡਾ ਸਟਾਕ ਵਿੱਚ ਬਦਲਾਵ ਕਿੰਨੇ ਦਾ ਆਇਆ? ਹੁਣ ਉਤਪਾਦਨ ਦੇ ਮੁੱਲ ਦੇ ਆਪਾਂ ਆ ਦੋ ਹਿੱਸੇ ਕਰਤੇ, ਮਾਈਨਸ ਕੀ ਹੈ? मध्यवर्ती उपभोग, ये एज इट इज है, एंड आपको कुछ चेंज नहीं करना। हुन स्टॉक विच बदलाव मतलब मेरे गोडाउन दे विच जिन्नियां चीजां पईयां सी उनदे विच कितना बदलाव आया। हुन इस स्टॉक च बदलाव आपां ऑलरेडी जदों खर्च विधि कीती सी उदों कर चुके हां, स्टॉक दे विच कितना बदलाव आया ये किवें पता लगेगा? एने आपां की करांगे, बिक्री एज इट इज पई है, स्टॉक विच बदलाव यानी आपां वेखांगे हुण किन्ने दा स्टॉक पिया ते पहला किन्ने दा पिया सी, मतलब अपना अंतिम स्टॉक किन्ने दा है माइनस अपना आरंभिक स्टॉक जड़ा है वो किन्ने दा सी। यानी स्टॉक विच बदलाव दे अगे दो हिस्से हो गए, माइनस की आ गया इहदे विच मध्यवर्ती उपभोग आ गया, ठीक है। तो हुण सोचो एक दुकानदार कहता है कि मैं 100 रुपए दियां चीजां बेचियां, तो बिक्री आ गई 100 रुपए दी। वो कहता है पहला मेरे गोडाउन दे विच 30 रुपए दी चीजां पईयां सी, पहला यानी आरंभिक स्टॉक किन्ने दा सी 30 रुपए दा। हुण आई
आदे गोडाउन विच सट्टियां मतलब 100 दियां बेचियां 10 रुपए दियां गोडाउन च सट्टियां बनाइयां कितने दियां 110 दियां। अगर ये चीज उल्टा हो जाए वो कहता पहला पईयां सी 40 दियां हुन पईयां 30 दियां ਇਹਦਾ मतलब वो कहता 100 रुपए ਦੀਆਂ ਚੀਜ਼ਾਂ ਤਾਂ ਵੇਚੀਆਂ ਪਹਿਲਾਂ ਮੇਰੇ ਗੋਡਾਊਨ 'ਚ 40 ਰੁਪਏ ਦੀਆਂ ਚੀਜ਼ਾਂ ਪਈਆਂ ਸੀ ਹੁਣ ਮੇਰੇ ਗੋਡਾਊਨ 'ਚ 30 ਰੁਪਏ ਦੀਆਂ ਚੀਜ਼ਾਂ ਪਈਆਂ मतलब 10 रुपए ਦੀਆਂ ਚੀਜ਼ਾਂ ਤਾਂ ਮੈਂ ਆਦੇ ਗੋਡਾਊਨ 'ਚ ਕੱਢ ਕੇ ਵੇਚੀਆਂ ਨੇ ਫਿਰ ਹੁਣ ਕਿੰਨੀਆਂ ਬਣਾਈਆਂ ਨੇ 90 रुपए ਦੀਆਂ ਆ ਕਿੰਨਾ ਆ ਜਾਏਗਾ 90 ਤਾਂ ਉਤਪਾਦਨ ਦਾ ਮੁੱਲ ਕਿੰਨਾ ਆ ਜਾਏਗਾ 90 यानी ਹੁਣ ਆਪਣੇ ਕੋਲ ਮੁੱਲ ਵਾਧੇ ਦਾ ਇੱਕੋ ਹੀ ਫਾਰਮੂਲਾ ਹੈ ਇਹੀ ਫਾਰਮੂਲਾ ਆਪਣੀ ਪੂਰੀ ਦੀ ਪੂਰੀ ਉਤਪਾਦਨ ਵਿਧੀ ਦੇ ਵਿੱਚ ਲੱਗੇਗਾ ਉਹਦੇ ਚ ਕੀ ਹੋਏਗਾ ਆਪਾਂ ਮੁੱਲ ਵਾਧਾ ਕਿੰਨੇ ਬਰਾਬਰ ਹੈ ਉਤਪਾਦਨ ਦਾ ਮੁੱਲ ਮਾਈਨਸ मध्यवर्ती उपभोग हम मध्यवर्ती उपभोग देखो एज इट इज चल रहा है कोई चेंजेस नहीं है तो मूल्य वाधा कितने का होएगा उत्पादन दे मूल्य दे अगे दो हिस्से करके एक जेड़ा वेचा एक जेड़ा ਤੁਹਾਡੇ स्टॉक च बदलाव आया हुन जो वेचा एज इट इज आ गया जो स्टॉक च बदलाव है वो कितने बराबर है अंतिम स्टॉक माइनस आरंभिक स्टॉक माइनस मध्यवर्ती उपभोग ਤਾਂ ਐਸ ਯੂਜੂਅਲ ਇਹੀ ਫਾਰਮੂਲਾ ਜਿਹੜਾ ਉਹ ਆਪਾਂ ਹਮੇਸ਼ਾ ਯੂਜ਼ ਕਰਾਂਗੇ ਜਿੰਨੇ ਵੀ ਨਿਊਮੈਰੀਕਲਸ ਆਪਾਂ ਉਤਪਾਦਨ ਵਿਧੀ ਦੇ ਕਰਨ ਵਾਲੇ ਆ ਸਾਰਿਆਂ ਦੇ ਵਿੱਚ ਇੱਕੋ ਹੀ ਫਾਰਮੂਲਾ ਯੂਜ਼ ਹੋਏਗਾ ਮੁੱਲ ਵਾਧਾ ਬਰਾਬਰ ਵਿਕਰੀ ਪਲੱਸ ਅੰਤਿਮ ਸਟਾਕ ਮਾਈਨਸ ਆਰੰਭਿਕ ਸਟਾਕ ਮਾਈਨਸ ਮੱਧਵਰਤੀ ਭੋਗਤਾ ਪਿਆ ਹੀ ਹੈ ਤਾਂ ਇਹ ਆਪਣੇ ਮੁੱਲ ਵਾਧੇ ਦਾ ਫਾਰਮੂਲਾ ਜਿਹੜਾ ਉਹ ਹੋ ਜਾਏਗਾ उम्मीद है ਤੁਹਾਨੂੰ ਲੈਕਚਰ ਸਮਝ ਆਇਆ ਹੋਵੇਗਾ ਅਗਲੇ ਲੈਕਚਰ ਦੇ ਵਿੱਚ ਆਪਾਂ ਇਸ ਚੀਜ਼ ਦੇ